ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਚੱਲ ਰਿਹਾ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਨੂੰ ਆਖਿਆ ਕਿ ਸਿੱਖ ਨੂੰ ਚਾਹੀਦਾ ਹੈ ਕਿ ਜੇ ਮਨ ਦੇ ਵਿੱਚ ਸ਼ੰਕਾ ਹੋਵੇ ਤੇ ਗੁਰੂ ਤੋਂ ਪੁੱਛ ਲਵੇ। ਜੇਕਰ ਸਿੱਖ ਆਪਣੇ ਗੁਰੂ ਤੋਂ ਸ਼ੰਕਾ ਨਹੀਂ ਪੁੱਛਦਾ ਜਾਂ ਫਿਰ ਗੁਰੂ ਉਸ ਦੇ ਸ਼ੰਕੇ ਨੂੰ ਨਿਵਰਤ ਕਰਨ ਦਾ ਯਤਨ ਨਹੀਂ ਕਰਦਾ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰੂ ਤੇ ਸਿੱਖ ਦਾ ਨਾਤਾ ਨਹੀਂ ਹੈ। ਮਾਨੋ ਕਿ ਉਹ ਦੋਵੇਂ ਦੇ ਦੋਵੇਂ ਠੱਗ ਨੇ, ਆਪਣੇ ਮਤਲਬ ਦੇ ਯਾਰ ਨੇ, ਦੋਵੇਂ ਠੀਕ ਨੇ। ਇੱਥੋਂ ਤੱਕ ਉਸ ਦਿਨ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੇਵਕ ਕੋ ਗੁਰ ਕੋ ਸੰਬੰਧ ਪਲੋ, ਇਹ ਹੈ ਤੁਮ ਸੋ ਜੋ ਉਚਾਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆਂ, ਜਿਹੜਾ ਮੈਂ ਤੈਨੂੰ ਇਹ ਸੰਬੰਧ ਦੱਸਿਆ ਹੈ ਨਾ, ਅਸਲ ਰੂਪ ਦੇ ਵਿੱਚ ਇਹੀ ਸੰਬੰਧ ਹੈ ਗੁਰੂ ਤੇ ਸੇਵਕ ਦਾ। ਬੂਝਰ ਦੇ ਸੰਦੇਹ ਸਬੈ, ਗੁਰ ਤਾਹਿ ਬਤਾਏ ਕਿ ਦੇਤ ਬੇਦਾਰਾ। ਜਿਹੜਾ ਵੀ ਸੰਦੇਹ ਕਿਸੇ ਸੇਵਕ ਦੇ ਮਨ ਦੇ ਵਿੱਚ ਹੁੰਦਾ ਹੈ, ਜੇਕਰ ਉਹ ਗੁਰੂ ਤੋਂ ਉਸ ਸ਼ੰਕੇ ਦੀ ਬਾਬਤ ਪੁੱਛ ਲੈਂਦਾ ਹੈ ਤੇ ਗੁਰੂ ਭਲੀ ਪ੍ਰਕਾਰ ਦੇ ਨਾਲ ਉਸ ਦੇ ਸ਼ੰਕੇ ਨੂੰ ਦੂਰ ਕਰ ਦਿੰਦਾ ਹੈ। ਸੇਵਕ ਬੂਝ ਬਤਾਏ ਗੁਰੂ ਨਹਿ, ਸੋ ਗੁਰੂ ਤਿਆਗ ਨਾ ਲਾਓ ਆਵਾਰਾ। ਪਰ ਕਹਿੰਦੇ ਨੇ ਜੇ ਸੇਵਕ ਤੇ ਪੁੱਛਦਾ ਹੈ ਪਰ ਗੁਰੂ ਉਸ ਨੂੰ ਦੱਸਦਾ ਨਹੀਂ ਹੈ ਕਿ ਸ਼ੰਕੇ ਦੀ ਕਿਸ ਤਰ੍ਹਾਂ ਨਿਵਰਤੀ ਹੋਣੀ ਹੈ, ਤੇ ਕਹਿੰਦੇ ਨੇ ਸੋ ਗੁਰੂ ਤਿਆਗ ਨਾ ਲਾਓ ਆਵਾਰਾ। ਐਸੇ ਗੁਰੂ ਨੂੰ ਤਿਆਗ ਦੇਣਾ ਚਾਹੀਦਾ ਹੈ, ਛੱਡ ਦੇਣਾ ਚਾਹੀਦਾ ਹੈ, ਜਿਹੜਾ ਗੁਰੂ ਆਪਣੇ ਸੇਵਕ ਦੇ ਸ਼ੰਕੇ ਨੂੰ ਨਿਵਰਤ ਨਹੀਂ ਕਰਦਾ। ਤਾਂ ਟਿਗ ਤੇ ਗਤ ਪ੍ਰਾਪਤ ਹੋਤ ਨਾ, ਆਪ ਤਰੈ ਨਹੀਂ ਕਿਉ ਸਿੱਖ ਤਾਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆਂ, ਜਿਹੜਾ ਗੁਰੂ ਆਪਣੇ ਸਿੱਖ ਦੇ ਸ਼ੰਕੇ ਨੂੰ ਦੂਰ ਨਹੀਂ ਕਰ ਸਕਦਾ, ਐਸੇ ਗੁਰੂ ਦੇ ਕੋਲੋਂ ਕਦੇ ਵੀ ਸੇਵਕ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਹਿੰਦੇ ਨੇ ਆਪ ਤਰੇ ਨਹੀਂ ਕਿਉਂ ਸਿੱਖ ਤਾਰਾ। ਐਸਾ ਜਿਹੜਾ ਗੁਰੂ ਹੈ ਉਹ ਆਪ ਵੀ ਨਹੀਂ ਤਰ ਸਕਦਾ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਉਹ ਕਿਵੇਂ ਤਾਰੇਗਾ। ਭੂਖ ਪਿਆਸ ਗਈ ਤਨ ਤੇ, ਪੁਨ ਤਾਂ ਦਿਨ ਤੇ ਨਹੀਂ ਸੋ ਕਬ ਹੋਈ। ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਇਹ ਗੱਲ ਆਖੀ ਹੈ ਕਿ ਜੇਕਰ ਤੂੰ ਕਿਸੇ ਸ਼ੰਕੇ ਦੇ ਵਾਸਤੇ ਮੇਰੇ ਤੋਂ ਪੁੱਛ ਲੈਣਾ ਹੈ ਤੇ ਇਹ ਗੱਲ ਕੋਈ ਗਲਤ ਨਹੀਂ ਹੈ। ਮੈਂ ਤੇ ਸਗੋਂ ਖੁਸ਼ ਹੁੰਦਾ ਹਾਂ ਜਦੋਂ ਤੂੰ ਕਿਸੇ ਵੀ ਚੀਜ਼ ਦਾ ਕਾਰਨ ਪੁੱਛਦਾ ਹਾਂ। ਇਸ ਤਰ੍ਹਾਂ ਸਤਿਗੁਰਾਂ ਨੇ ਸਿੱਖਿਆ ਦਿੱਤੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਬਾਅਦ ਜਿਹੜੀ ਭੁੱਖ ਤੇ ਪਿਆਸ ਸੀ ਉਹ ਮਰਦਾਨੇ ਦੇ ਸਰੀਰ ਤੋਂ ਦੂਰ ਚਲੀ ਗਈ। ਫੇਰ ਕਦੇ ਉਸ ਨੂੰ ਭੁੱਖ ਨਹੀਂ ਲੱਗੀ, ਕਿਉਂਕਿ ਪਿੱਛੇ ਉਸ ਦਿਨ ਕਥਾ ਦੇ ਵਿੱਚ ਜ਼ਿਕਰ ਆਇਆ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ
ਇੱਕ ਅਲੌਕਿਕ ਕਿਸਮ ਦਾ ਨਦੀ ਦੇ ਵਿੱਚ ਜਿਹੜਾ ਜਲ ਵਹਿ ਰਿਹਾ ਸੀ ਉਹ ਮਰਦਾਨੇ ਨੂੰ ਪਿਆ ਦਿੱਤਾ ਸੀ। ਉਸ ਤੋਂ ਬਾਅਦ ਕਦੇ ਭੁੱਖ ਤੇ ਨਹੀਂ ਲੱਗੀ। ਬੈਨ ਸੁਣੇ ਗੁਰ ਕੇ ਹਰ ਖਾ ਪਦ, ਬੰਦਤ ਹੈ ਕਰ ਬੰਦ ਕੇ ਦੋਈ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮਰਦਾਨਾ ਬੜਾ ਖੁਸ਼ ਹੋਇਆ। ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਦੋਵੇਂ ਹੱਥ ਜੋੜ ਕੇ ਉਸਨੇ ਬੰਦਨਾ ਕੀਤੀ। ਬੂਝਣ ਤੇ ਨਿਰਸੰਸ ਭਇਓ, ਮਨ ਸ਼ੰਕ ਗਵਾਏ ਰਹੀ ਨਹੀਂ ਕੋਈ। ਹੁਣ ਪੁੱਛਣੋਂ ਨਿਰਸੰਸਾ ਹੋ ਗਿਆ, ਉਸ ਦੇ ਮਨ ਦੇ ਵਿੱਚ ਕੋਈ ਸ਼ੰਕਾ ਰਹਿ ਨਹੀਂ ਗਿਆ। ਉਸ ਦੀ ਜਿਹੜੀ ਸਾਰੀ ਸ਼ੰਕਾ ਸੀ ਨਾ ਉਹ ਸਤਿਗੁਰਾਂ ਨੇ ਦੂਰ ਕਰ ਦਿੱਤੀ ਸੀ। ਸ੍ਰੀ ਗੁਰੂ ਨਾਨਕ ਸੰਗ ਫਿਰਿਓ, ਸਫਲੀ ਨਿਜ ਦੇਹ ਕੋ ਮਾਨਤ ਸੋਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਬਾਅਦ ਸਾਰੀ ਹੀ ਉਮਰ ਮਰਦਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਫਿਰਦਾ ਰਿਹਾ। ਮਾਨੋ ਕਿ ਉਸ ਦੀ ਮਨੁੱਖਾ ਜਿਹੜੀ ਦੇਹੀ ਸੀ ਨਾ ਉਹ ਇਸੇ ਤਰੀਕੇ ਦੇ ਨਾਲ ਸਫਲ ਹੋ ਗਈ। ਭੂਖ ਲਗੈ ਨਾ ਤੁਮੇ ਕਿਹ ਕਾਰਨ, ਬੂਝਤ ਹੈ ਮਰਦਾਨਾ ਸੋਈ। ਹੁਣ ਮਰਦਾਨੇ ਦੇ ਜਿਹੜੇ ਸਵਾਲ ਨੇ ਉਹ ਬੜੇ ਅਲੌਕਿਕ ਕਿਸਮ ਦੇ ਨੇ ਔਰ ਵੱਖਰੀ ਵੱਖਰੀ ਕਿਸਮ ਦੇ ਨੇ। ਜਿਹੜਾ ਵੀ ਮਰਦਾਨਾ ਸਵਾਲ ਕਰਦਾ ਹੈ ਸਤਿਗੁਰੂ ਜੀ ਉਹ ਸਵਾਲ ਦਾ ਉੱਤਰ ਦਿੰਦੇ ਨੇ। ਨਾਲੇ ਤੇ ਮਰਦਾਨੇ ਨੂੰ ਉੱਤਰ ਮਿਲ ਜਾਂਦਾ ਹੈ ਤੇ ਨਾਲੇ ਸਾਧ ਸੰਗਤ ਜੀ ਸਾਨੂੰ ਵੀ ਸਿੱਖਿਆ ਮਿਲਦੀ ਹੈ। ਹੁਣ ਮਰਦਾਨੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੱਕ ਹੋਰ ਸਵਾਲ ਕੀਤਾ। ਕਹਿੰਦਾ ਜੀ ਚਲੋ ਮੈਂ ਤੇ ਮਨੁੱਖੀ ਜੀਵ ਸਾਂ, ਮੈਨੂੰ ਭੁੱਖ ਵੀ ਲੱਗਦੀ ਸੀ ਤੇ ਵੀ ਲੱਗਦੀ ਸੀ, ਤੁਹਾਡੀ ਕਿਰਪਾ ਦੇ ਨਾਲ ਹੁਣ ਦੂਰ ਹੋ ਗਈ ਹੈ। ਪਰ ਕਹਿੰਦਾ ਜੀ ਮੈਨੂੰ ਇਹ ਦੱਸੋ ਕਿ ਤੁਹਾਨੂੰ ਭੁੱਖ ਤੇ ਕਿਉਂ ਨਹੀਂ ਲੱਗਦੀ, ਤੁਹਾਨੂੰ ਕਿਉਂ ਨਹੀਂ ਲੱਗਦੀ, ਮੈਨੂੰ ਇਹ ਗੱਲ ਦੱਸੋ। ਸਾਲ 2 ਸਾਲ ਬਿਹਾਵਤ ਹੈ ਬਿਨ, ਭੋਜਨ ਤੇ ਨਹੀਂ ਪਾਣ ਕੋ ਪਾਣਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਕਦੇ ਸਾਲ ਲੰਘ ਜਾਂਦਾ ਹੈ, ਕਦੇ 2 ਸਾਲ ਲੰਘ ਜਾਂਦੇ ਨੇ, ਨਾ ਤੁਸੀਂ ਕੁਝ ਖਾਂਦੇ ਹੋ ਤੇ ਨਾ ਹੀ ਕਦੇ ਕੁਝ ਪੀਂਦੇ। ਕੌਣ ਆਹਾਰ ਆਧਾਰ ਰਹਿ, ਨਿਰਧਾਰ ਕਹੋ ਮੁਝ ਸੋ ਗੁਣ ਖਾਣਾ। ਹੇ ਗੁਣਾ ਦੇ ਖਾਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕਾਹਦੇ ਆਸਰੇ ਤੇ ਤੁਸੀਂ ਇੰਨਾ ਸਮਾਂ ਕੱਢ ਜਾਂਦੇ ਹੋ। ਸੱਚੇ ਪਾਤਸ਼ਾਹ ਨਿਰਣਾ ਕਰਕੇ ਦੱਸੋ ਕਿ ਤੁਹਾਨੂੰ ਭੁੱਖ ਤੇ ਕਿਉਂ ਨਹੀਂ ਲੱਗਦੀ। ਹੈ ਜੋ ਸੰਦੇਹ ਹਿਰਦੇ ਹਮਰੇ, ਦਿਓ ਮਿਟਾਏ ਕਰੋ ਪ੍ਰਸਥਾਨਾ। ਮਰਦਾਨਾ ਕਹਿੰਦਾ ਹੁਣੇ ਤੁਸੀਂ ਮੈਨੂੰ ਸਿੱਖਿਆ ਦਿੱਤੀ ਹੈ ਕਿ ਜੇਕਰ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਆ ਜਾਵੇ ਤੇ ਗੁਰੂ ਤੋਂ ਪੁੱਛ ਲੈਣਾ ਚਾਹੀਦਾ। ਕਹਿੰਦਾ ਜੀ ਹੁਣ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਹੈ ਕਿ ਤੁਹਾਨੂੰ ਭੁੱਖ ਤੇ ਕਿਉਂ ਨਹੀਂ ਲੱਗਦੀ, ਕਿਰਪਾ ਕਰਕੇ ਮੇਰੇ ਇਸ ਸ਼ੰਕੇ ਦੀ ਨਿਵਰਤੀ ਕਰੋ ਤੇ ਫੇਰ ਇੱਥੋਂ ਅੱਗੇ ਤੁਰਿਓ। ਸ੍ਰੀ ਗੁਰ ਬੈਨ ਪਾਣੇ ਸੁਣ ਕੇ, ਗੁਰ ਸਿੱਖ ਭਲੇ ਮਨ ਭਾਓ ਜੋ ਤਾਰੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮਰਦਾਨਿਆਂ ਜਿਹੜੇ ਗੁਰੂ ਦੇ ਸਿੱਖ ਨੇ ਉਹ ਭਲੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਭਾਵ ਹੁੰਦਾ ਹੈ। ਭਾਵ ਕਿਹਾ ਜਾਂਦਾ ਹੈ ਪ੍ਰੇਮ ਨੂੰ। ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸਿੱਖ ਉਹ ਬਹੁਤੇ ਹੀ ਜ਼ਿਆਦਾ ਭਲੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰੇਮ ਹੁੰਦਾ ਹੈ। ਭਗਤੀ ਤਿਨ ਕੇ ਮਨ ਅੰਦਰ, ਜੇ ਗੁਰ ਕੋ ਨਿਸ਼ਚਾ ਨਾ ਨਿਵਾਰੈ। ਐਸੇ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦੇ ਮਨ ਦੇ ਵਿੱਚ ਭਗਤੀ ਹੁੰਦੀ ਹੈ ਤੇ ਉਹਨਾਂ ਸਿੱਖਾਂ ਦਾ ਜਿਹੜਾ ਮਨ ਹੈ ਨਾ ਉਹ ਮਾਨੋ ਕਿ ਗੁਰੂ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਜੁੜਿਆ ਹੁੰਦਾ ਹੈ ਕਿ ਮਾਨੋ ਇੱਕ ਪਲ ਵੀ ਉਹਨਾਂ ਦਾ ਗੁਰੂ ਦੇ ਚਰਨਾਂ ਤੋਂ ਜਿਹੜਾ ਨਿਸ਼ਚਾ ਹੈ ਨਾ, ਜਿਹੜੀ ਪ੍ਰਤੀਤ ਹੈ ਉਹ ਕਦੇ ਵੀ ਨਹੀਂ ਡੋਲਦੀ। ਭੋਜਨ ਕੋ ਕਰ ਹੈ ਹਿਤ ਸੋ, ਗੁਰ ਸਿੱਖਣ ਕੋ ਗੁਰ ਸਿੱਖ ਖੁਆਰੈ। ਹੁਣ ਸਾਰਾ ਬਚਨ ਕਹਿਣ ਦਾ ਸਤਿਗੁਰਾਂ ਦਾ ਭਾਵ ਇਹ ਹੈ ਕਿ ਜਿਨ੍ਹਾਂ ਗੁਰੂ ਦੇ ਸਿੱਖਾਂ ਦੇ ਅੰਦਰ ਪ੍ਰੇਮ ਹੈ ਤੇ ਜਿਨ੍ਹਾਂ ਗੁਰੂ ਦੇ ਸਿੱਖਾਂ ਦੇ ਮਨ ਦੇ ਵਿੱਚ ਭਗਤੀ ਦਾ ਟਿਕਾ ਹੈ ਔਰ ਜਿਨ੍ਹਾਂ ਗੁਰੂ ਸਿੱਖਾਂ ਦੇ ਮਨ ਦੇ ਅੰਦਰ ਸਤਿਗੁਰਾਂ ਦੀ ਪ੍ਰਤੀਤ ਹੈ, ਐਸੇ ਜਿਹੜੇ ਸਿੱਖ ਨੇ ਨਾ ਉਹ ਪ੍ਰੇਮ ਦੇ ਨਾਲ ਭੋਜਨ ਨੂੰ ਤਿਆਰ ਕਰਦੇ ਨੇ ਤੇ ਪ੍ਰੇਮ ਦੇ ਨਾਲ ਭੋਜਨ ਤਿਆਰ ਕੀਤਾ ਹੋਇਆ ਉਹ ਗੁਰੂ ਦੇ ਸਿੱਖ ਦੂਸਰੇ ਗੁਰ ਸਿੱਖਾਂ ਨੂੰ ਖਵਾ ਦਿੰਦੇ।
कहते ने सो मोहे प्राप्त होवत है तब जाए छुदा रहो ताहे आधारे। सतगुरु जी कहते ने ਉਹ ਜਿਹੜਾ ਗੁਰੂ ਦੇ ਸਿੱਖਾਂ ਨੂੰ ਖਵਾਇਆ ਗਿਆ ਜਿਹੜਾ ਭੋਜਨ ਹੈ ਨਾ, ਗੁਰੂ ਜੀ ਕਹਿੰਦੇ ਨੇ ਉਹ ਮੈਨੂੰ ਪ੍ਰਾਪਤ ਹੁੰਦਾ ਹੈ, ਉਹ ਮੈਨੂੰ ਮਿਲਦਾ ਹੈ, ਉਸ ਨੂੰ ਖਾ ਕੇ ਮੈਂ ਤ੍ਰਿਪਤ ਹੋ ਜਾਣਾ ਹੈ, ਮੇਰੀ ਜਿਹੜੀ ਛੁਦਾ ਹੈ ਉਹ ਦੂਰ ਹੋ ਜਾਂਦੀ ਹੈ। ਰਹੋ ਤਾਂ ਹੈ ਆਧਾਰੇ, ਮਰਦਾਨਿਆਂ ਮੈਂ ਉਸ ਦੇ ਆਸਰੇ ਰਹਿਣਾ, ਮੈਨੂੰ ਉਹ ਮਿਲਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ ਬਚਨ ਕੀਤਾ ਸੀ ਕਿ ਜਿਹੜਾ ਵੀ ਕੋਈ ਕਿਸੇ ਗਰੀਬ ਗੁਰਬੇ ਦੇ ਗੁਰੂ ਦੇ ਸਿੱਖ ਦੇ ਮੂੰਹ ਦੇ ਵਿੱਚ ਪਾਉਂਦਾ ਹੈ ਉਹ ਮੇਰੇ ਮੂੰਹ ਦੇ ਵਿੱਚ ਪੈਂਦਾ ਹੈ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹੀ ਬਚਨ ਕੀਤਾ ਹੈ ਕਿ ਉਹ ਭੋਜਨ ਮੈਨੂੰ ਪਹੁੰਚਦਾ ਹੈ, ਮੈਂ ਉਸ ਨੂੰ ਛਕਦਾ ਤੇ ਮਰਦਾਨਿਆਂ ਉਸੇ ਦੇ ਆਸਰੇ ਤੇ ਮੈਂ ਹਮੇਸ਼ਾ ਰਹਿਣਾ। ਸਾਚ ਬਚਨ ਮਮ ਜਾਣੇ ਮਰਦਾਨੇ ਮਨ ਮਾਨ ਅਸ ਕਹਿ ਗਮਨੇ ਮੇਰ ਕੋ ਸਿੱਧਣ ਖੋਵਨ ਮਾਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮਰਦਾਨਿਆਂ ਮੈਂ ਸੱਚ ਕਹਿ ਰਿਹਾ ਹਾਂ, ਇਹਦੇ ਵਿੱਚ ਰਤਾ ਵੀ ਝੂਠ ਨਹੀਂ ਹੈ। ਇਸ ਗੱਲ ਨੂੰ ਤੂੰ ਮੰਨ ਲੈ ਕਿ ਮੈਨੂੰ ਉਹੀ ਭੋਜਨ ਪਹੁੰਚਦਾ ਹੈ ਜਿਹੜਾ ਦੂਸਰਿਆਂ ਨੂੰ ਖਵਾਇਆ ਜਾਂਦਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਹਿੰਦੇ ਹੋਏ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਮੇਰ ਦੇ ਵੱਲ ਜਾ ਰਹੇ ਨੇ, ਜਿੱਥੇ ਕਿ ਬਹੁਤ ਵੱਡੇ ਵੱਡੇ ਸਿੱਧ ਰਹਿੰਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀਆਂ ਰਿੱਧੀਆਂ ਤੇ ਸਿੱਧੀਆਂ ਦਾ ਬੜਾ ਮਾਣ ਹੈ, ਬੜਾ ਹੰਕਾਰ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ, ਇੱਕ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ ਇੱਕ ਦੋਹਰੇ ਦੇ ਵਿੱਚ। ਸ੍ਰੀ ਗੁਰ ਚਰਨ ਸਰੋਜ ਕੋ प्रेम अमी पहचान अमर अजर सुख पाए हैं जे कर ही तेह पान। ग्रंथाकार भाई संतोख सिंह जी अपने मन ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਜੋ ਪ੍ਰੇਮ ਹੈ ਉਸ ਨੂੰ ਪਛਾਣ ਕਿ ਉਹ ਅੰਮ੍ਰਿਤ ਹੈ, ਜੋ ਉਸ ਨੂੰ ਪੀਣਗੇ ਉਹ ਅਮਰ ਤੇ ਅਜਰ ਸੁਖ ਨੂੰ ਪ੍ਰਾਪਤ ਕਰਨਗੇ। ਦਿਗ ਬੇਜਾਹਿਤ ਸਾਜ ਬੇਦੀ ਕੋ ਲਕੇਤ ਦਲ ਚਲੇ ਦੰਬ ਦਲ ਬੇਕੋ ਦਲਨ ਬੇਦਾਰਿਆ। ਕਹਿੰਦੇ ਨੇ ਕਿ ਦਿਗ ਵਿਜੇ ਕਰਨ ਦੇ ਵਾਸਤੇ, ਭਾਵ ਕਿ ਜਗਤ ਨੂੰ ਜਿੱਤਣ ਦੇ ਵਾਸਤੇ ਬੇਦੀ ਕੁਲ ਦੇ ਸ੍ਰੇਸ਼ਟ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਫੌਜ ਦੇ ਸਮੇਤ ਚੱਲੇ ਨੇ। ਚਲੇ ਦੰਬ ਦਲਬੇ ਕੋ ਦਲਨ ਬੇਦਾਰਿਆ, ਮਾਨੋ ਕਿ ਅਸੁਰੀ ਸੰਪਦਾ ਦੀਆਂ ਫੌਜਾਂ ਨੂੰ ਦੂਰ ਕਰਨ ਦੇ ਵਾਸਤੇ, ਉਹਨਾਂ ਦੇ ਪਖੰਡਾਂ ਨੂੰ ਖੰਡਣ ਦੇ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਦੈਵੀ ਸੰਪਦਾ ਦੇ ਫੌਜ ਨੂੰ ਨਾਲ ਲੈ ਕੇ ਚੱਲੇ ਨੇ। ਜਿਸ ਤਰ੍ਹਾਂ ਕੋਈ ਫੌਜਦਾਰ ਸਿਪਾਹੀ ਰਣ ਦੇ ਵਿੱਚ ਜਾਂਦਾ ਹੈ, ਜਰਨੈਲ ਯੋਧਾ ਆਪਣੀ ਫੌਜ ਦੇ ਸਮੇਤ, ਉਸੇ ਤਰੀਕੇ ਦੇ ਨਾਲ ਕਵੀ ਜੀ ਨੇ ਨਕਸ਼ਾ ਬੰਨਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਇੱਕ ਫੌਜੀ ਜਰਨੈਲ ਬਣ ਕੇ ਜਾ ਰਹੇ ਨੇ ਜਗਤ ਦੇ ਲੋਕਾਂ ਨੂੰ, ਦੰਬੀਆਂ ਨੂੰ ਜਿੱਤਣ ਦੇ ਵਾਸਤੇ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਕਹਿ ਰਾਨੋ ਕਣ ਪਾਰਿਆ। ਹੁਣ ਭਗਤੀ ਦਾ ਜਿਹੜਾ ਕੇਤ ਹੈ ਨਾ, ਜਿਹੜਾ ਝੰਡਾ ਹੈ, ਉਹ ਸਤਿਗੁਰਾਂ ਨੇ ਖੜਾ ਕੀਤਾ ਹੈ, ਔਰ ਉਸ ਝੰਡੇ ਦੇ ਉੱਤੇ ਜਿਹੜਾ ਕੱਪੜਾ ਬੰਨਿਆ ਹੋਇਆ ਹੈ ਉਹ ਹੈ ਪ੍ਰੇਮ ਦਾ। ਪ੍ਰੇਮ ਦਾ ਕੱਪੜਾ ਭਗਤੀ ਰੂਪੀ ਝੰਡੇ ਦੇ ਉੱਤੇ ਬੰਨਿਆ ਹੋਇਆ, ਜਿਹੜਾ ਲਹਿਰਾਉਂਦਾ ਜਾਂਦਾ ਹੈ। ਕੀਰਤ ਨਿਸ਼ਾਨੋ ਕਹਿਰਾਨੋ ਕਣ ਪਾਰਿਆ, ਔਰ ਪਰਮੇਸ਼ਰ ਦੀ ਜਿਹੜੀ ਕੀਰਤੀ ਹੈ, ਪਰਮੇਸ਼ਰ ਦਾ ਜਿਹੜਾ ਜਸ ਹੈ, ਉਸ ਨੂੰ ਸਤਿਗੁਰਾਂ ਨੇ ਆਪਣਾ ਨਗਾਰਾ ਬਣਾਇਆ, ਔਰ ਉਹ ਜਿਹੜਾ ਨਗਾਰਾ ਹੈ ਨਾ ਬੜੇ ਜ਼ੋਰ ਦੇ ਨਾਲ ਖੜਕਦਾ ਜਾਂਦਾ ਹੈ। ਇਸ ਤਰ੍ਹਾਂ ਖੜਕਦਾ ਜਾਂਦਾ ਹੈ ਮਾਨੋ ਜਿਸ ਤਰ੍ਹਾਂ ਬਹੁਤ ਵੱਡਾ ਬੱਦਲ ਗੱਜਦਾ ਹੈ। ਗਿਆਨ ਕੋ ਖੜਗ ਤਾਰ ਜੁਗਤ ਕਮਾਨ ਕਰ ਨਾਨਾ ਦਿਸ਼ਟਾਂ ਤਲੀਨ ਸਿਲੀ ਮੁਖ ਤਾਰਿਆ। ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲੜਨ ਦੇ ਵਾਸਤੇ ਮਾਨੋ ਕਿ ਗਿਆਨ ਰੂਪੀ ਤਲਵਾਰ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ, ਤੇ ਜੁਗਤੀ ਰੂਪੀ ਜਿਹੜਾ ਕਮਾਨ ਹੈ, ਜਿਹੜਾ ਧਨੁਸ਼ ਹੈ, ਉਹ ਸਤਿਗੁਰਾਂ ਨੇ ਫੜਿਆ ਹੋਇਆ, ਔਰ ਉਸ ਜੁਗਤੀ ਰੂਪੀ ਧਨੁਸ਼ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਦ੍ਰਿਸ਼ਟਾਂਤਾਂ ਦੇ ਤੀਰ ਨੇ ਨਾ, ਉਹਨਾਂ ਨੂੰ ਸਤਿਗੁਰਾਂ ਨੇ ਧਾਰਨ ਕੀਤਾ ਹੈ
ਤੇ ਫਿਰ ਜੁਗਤੀ ਰੂਪੀ ਧਨੁਸ਼ ਦੇ ਨਾਲ ਚਲਾਏ ਨੇ ਦ੍ਰਿਸ਼ਟਾਂਤਾਂ ਰੂਪੀ ਤੀਰ, ਤੇ ਜਿਨ੍ਹਾਂ ਨੇ ਵੱਡੇ ਵੱਡੇ ਵੈਰੀਆਂ ਨੂੰ ਮਾਨੋ ਕੇ ਮਾਰ ਕੇ ਗਿਰਾ ਦਿੱਤਾ। जहां 1.5 कोट ताहां करामात तोप संग ढाह के मैदान कीन मिले अरी हारिया। हुण ग्रंथाकार भाई संतोख सिंह जी लिखते ने, पर जिथे सतगुरु नानक देव सच्चे पातशाह जी दे दृष्टांतां रूपी तीरां ने काम नहीं कीता, उथे फिर सतगुरु नानक देव सच्चे पातशाह जी ने उन्हां वड्डियां किलियां नूं तोड़न दे वास्ते करामात दी तोप चलाई है। जिथे तीर कम नहीं करते, जिथे तलवारां बेसफल हो जांदियां ने, उथे फिर तोप दा गोला कम करदा है। कहंदे ने कि फिर करामाती रूपी तोप दे गोले दे नाल ऐसे वड्डे किले नूं सतगुरां ने फनाह करके सुट दिता। उथे करामात दी भी वरतों कीती। इस तरह सतगुरु नानक देव सच्चे पातशाह जी मानो कि एक जंगी मुहिम दे उत्ते जा रहे ने, पर उन्हां दे जंग दे जिहड़े साजो समान ने वो बड़ी विलक्षण किस्म दे ने। उन्हां दे कोल मानो के ज्ञान दी तलवार है, उन्हां दे कोल जुगती दी कमान है, जुगती दा धनुष है, दृष्टांतां रूपी उन्हां दे कोल तीर ने। इस तो इलावा उन्हां दे कोल एक बहुत वड्डी करामात दी अजमत दी तोप भी। नाम को भजन निको पहर सनाह तन कोटक तरक तरवार ना कटत है। अगे लिखते ने कि नाम नू जपना उन्हां ने अपने शरीर दे उत्ते एक इस तरह दी संजो पहन के रखी है, मानो कि भजन करन दी उन्हां दे शरीर दे उत्ते संजो है, या कह लो कवच है। कोटक तरक तरवार ना कटत है। करोड़ां ही दलीलां दियां तलवारां दे नाल ये जिहड़ी सतगुरां दी भजन रूपी संजो है ना, जिहड़ा कवच है, ये कटिया नहीं जा सकदा। नीवो मन राखन सिपर गह हाथ बिखै, क्रोध रूप बाण जागे छोए ना सकत हैं। इस तो इलावा सतगुरु नानक देव सच्चे पातशाह जी ने नीवा मन नूं रखण दी एक जिहड़ी ढाल है ना, वो अपने हथ दे विच फड़ी हुई है, ते क्रोध रूपी जिहड़े तीर ने ना, वो इस सतगुरु सच्चे पातशाह जी दी नीवे मन रखण वाली ढाल नूं कट नहीं सकदे, वो छो ही नहीं सकदे। तीरज संतोख सत दाने स्नान मत दया उपकार अत श्रद्धा ही छकत हैं। इस तो इलावा तीरज संतोख सत दान स्नान दी मत दया उपकार ते श्रद्धा, ये सारियां जिहड़ियां दैवी संपदा ने, ये सतगुरां दे नाल। धर्म ते आद जोधा और चढ़े संग जीत बे को मोह मार मार ही रटत हैं। कवि जी कहते ने धीरज संतोख सत दान इशनान दया उपकार श्रद्धा ते धर्म वर्गे अनेकां जिहड़े योधे ने, वो सतगुरु नानक देव सच्चे पातशाह जी दे नाल जंग नूं जितण दे वास्ते चले ने, मोह दी जंग नूं जितण दे वास्ते चले ने, मार मार ही रटत हैं। ये सारे जिहड़े योधे ने, कहंदे ने मार लो करदियां आवाजां दे नाल सतगुरां दे नाल जा रहे ने। इस प्रकार जब चले मेरे पे जान को, शकत सहत सब सिद्ध तरह मान को। हुण ग्रंथाकार भाई संतोख सिंह जी लिखते ने कि इस तरीके दे नाल जितण दे वास्ते समेर दे उत्ते सतगुरु नानक देव सच्चे पातशाह जी जा रहे ने, जिथे के बहुत वड्डे वड्डे शक्ति वाले सिद्ध रहिंदे ने, और अपनियां शक्तियां दा उन्हां सिद्धां दे मन दे विच बड़ा वड्डा अंकार है। तिन को जीतन भले बात इउं पई। ग्रंथाकार जी लिखते ने कि उन्हां नूं जितण दे वास्ते सतगुरु जी जा रहे ने, ये ते गल इस तरह होई है। पर दूसरे पासे कहंदे ने होयत गोरख की सुनो हृदय ज्यों तिन ठई। कहंदे ने ते मैं गल दसी है सतगुरां वाले पासे दी। कहंदे ने हुण दूसरे पासे कथा नूं सुनो कि गोरख जिहड़ा सारियां सिद्धां दा वड्डा गुरु है, ओदा किस तरह दा बिरतांत है। हुण तुसीं उस नूं सुनो। परथर पूरब जब मिलियो, सुने बचन तत सार, गोरख टिग गमन्यो तबै बंदियो पद सिर तार। कवि जी कहंदे ने कि जदों
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਰਥਰੀ ਜੋਗੀ ਪਹਿਲਾਂ ਮਿਲਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਉਸਨੇ ਭਰਥਰੀ ਜੋਗੀ ਨੇ ਤਤ ਸਾਰ ਦੇ ਜਿਹੜੇ ਬਚਨ ਸੀ ਉਹ ਸੁਣੇ ਸੀ। ਉਹਨਾਂ ਬਚਨਾਂ ਨੂੰ ਸੁਣਨ ਤੋਂ ਬਾਅਦ ਉਹ ਜਿਹੜਾ ਭਰਥਰੀ ਜੋਗੀ ਹੈ ਆਪਣੇ ਗੁਰੂ ਗੋਰਖ ਦੇ ਕੋਲ ਪਹੁੰਚਿਆ ਸੀ ਤੇ ਉਸਨੇ ਗੋਰਖ ਨੂੰ ਜੋ ਕੁਝ ਜਾ ਕੇ ਆਖਿਆ ਉਹਦਾ ਕਵੀ ਜੀ ਕਹਿੰਦੇ ਨੇ ਮੈਂ ਬਿਆਨ ਕਰਦਾ ਹਾਂ ਕਿ ਸਤਿਗੁਰਾਂ ਨੂੰ ਮਿਲਣ ਤੋਂ ਬਾਅਦ ਭਰਥਰੀ ਜੋਗੀ ਨੇ ਆਪਣੇ ਗੁਰੂ ਗੋਰਖਨਾਥ ਨੂੰ ਕੀ ਜਾ ਕੇ ਆਖਿਆ ਸੀ। ਸੁਣੋ ਗੁਰੂ ਜੀ ਬੈਣ ਧਰਾ ਪ੍ਰਭ ਅਵਤਰੇ। ਭਰਥਰੀ ਨੇ ਜਾ ਕੇ ਆਖਿਆ ਸੀ ਕਿ हे ਗੁਰੂ ਗੋਰਖਨਾਥ ਜੀ ਸੁਣੋ, ਜੋ ਪ੍ਰਭੂ ਹੈ ਉਸਨੇ ਧਰਤੀ ਦੇ ਉੱਤੇ ਅਵਤਾਰ ਨੂੰ ਧਾਰਨ ਕੀਤਾ ਹੋਇਆ। ਮਿਲਿਓ ਦੇਵ ਰਿਖ ਮੋਹਿ ਤਵੈ ਤਿਨ ਸੁਧ ਕਰੇ। ਉਸਨੇ ਇਹ ਵੀ ਦੱਸਿਆ ਕਿ ਜੋ ਦੇਵ ਰਿਖੀ ਹੈ, ਜੋ ਨਾਰਦ ਮੁਨੀ ਜੀ ਨੇ, ਉਹਨਾਂ ਨੇ ਮੈਨੂੰ ਉਹਨਾਂ ਦੇ ਅਵਤਾਰ ਧਾਰਨ ਦੇ ਬਾਰੇ ਦੱਸਿਆ ਸੀ, ਮੈਨੂੰ ਖਬਰ ਕੀਤੀ ਸੀ। ਮੈਂ ਬੈਠਿਓ ਇੱਕ ਥਾਨ ਤਹਾਂ ਸੋ ਆਏ ਕੈ ਹੋ ਪ੍ਰਸ਼ਨ ਉੱਤਰ ਕਹੇ ਸਾਰ ਰਹਿਓ ਹਰਖਾਏ ਕੈ। ਭਰਥਰੀ ਨੇ ਆਪਣੇ ਗੁਰੂ ਗੋਰਖਨਾਥ ਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਮਿਲ ਚੁੱਕਾ ਹਾਂ, ਉਹਨਾਂ ਦਾ ਨਾਂ ਨਾਨਕ ਹੈ ਔਰ ਮੇਰੇ ਉਹਨਾਂ ਦੇ ਨਾਲ ਸਵਾਲ ਜਵਾਬ ਵੀ ਹੋਏ ਨੇ। ਕਹਿੰਦਾ ਹੈ ਕਿ ਉਹਨਾਂ ਨੇ ਮੇਰੇ ਸਵਾਲਾਂ ਦੇ ਜੋਗ ਉੱਤਰ ਦੇ ਕੇ ਮੈਨੂੰ ਖੁਸ਼ ਕੀਤਾ। ਮਿਲੋ ਜਾਏ ਕੇ ਥਾਨ ਪੰਥ ਨਿਜ ਆਨੀਏ ਦੀਜੈ ਤੇ ਉਪਦੇਸ਼ ਜੋਗ ਗੁਣ ਗਾਨੀਏ। ਭਰਥਰੀ ਜੋਗੀ ਨੇ ਆਪਣੇ ਗੁਰੂ ਨੂੰ ਆਖਿਆ ਕਿ ਜਾ ਕੇ ਉਹਨਾਂ ਨੂੰ ਕਿਸੇ ਰਸਤੇ ਦੇ ਵਿੱਚ ਮਿਲੋ ਔਰ ਉਹਨਾਂ ਨੂੰ ਜੋਗ ਦਾ ਉਪਦੇਸ਼ ਦੇ ਕੇ ਆਪਣੇ ਮਤ ਦੇ ਵਿੱਚ ਲੈ ਆਓ। ਪੂਜੈ ਜਗਤ ਵਿਸਾਲ ਆਪ ਕੋ ਬਿਦਤ ਹੀ ਹੋ ਸੁਜਸ ਹੋਏ ਵਿਸਤਾਰ ਬ੍ਰਹਮੰਡ ਜਹ ਤਹੀ। ਭਰਥਰੀ ਨੇ ਆਪਣੇ ਗੁਰੂ ਗੋਰਖਨਾਥ ਨੂੰ ਆਖਿਆ ਕਿ ਜੇਕਰ ਤੁਸੀਂ ਉਹਨਾਂ ਨੂੰ ਆਪਣੇ ਮਤ ਦੇ ਵਿੱਚ ਲੈ ਆਓਗੇ, ਯੋਗ ਦਾ ਧਾਰਨੀ ਬਣਵਾ ਦੇਵੋਗੇ ਤੇ ਤੁਹਾਡੀ ਇੰਨੀ ਮਨਤਾ ਸੰਸਾਰ ਦੇ ਵਿੱਚ ਹੋ ਜਾਏਗੀ ਕਿ ਸਾਰੀ ਦੁਨੀਆ ਤੁਹਾਨੂੰ ਪੂਜੇਗੀ ਔਰ ਤੁਹਾਡਾ ਜਿਹੜਾ ਜਸ ਹੈ ਨਾ ਉਹ ਸਾਰੇ ਬ੍ਰਹਮੰਡ ਦੇ ਵਿੱਚ ਜਿੱਥੇ ਕਿੱਥੇ ਫੈਲ ਜਾਏਗਾ। ਯੋ ਨ ਲਖੋ ਮਨ ਮਾਹਿ ਪ੍ਰਭੂ ਕਿਉ ਮੋਰੇ ਮਗ ਪਰੈ। ਨਾਲ ਹੀ ਭਰਥਰੀ ਜੋਗੀ ਨੇ ਇਹ ਵੀ ਗੱਲ ਆਖੀ ਕਿ हे ਗੁਰੂ ਗੋਰਖਨਾਥ ਜੀ, ਤੁਸੀਂ ਇਹ ਨਾ ਸਮਝਿਓ ਕਿ ਜਿਨ੍ਹਾਂ ਨੂੰ ਮੈਂ ਅਵਤਾਰ ਕਹਿ ਰਿਹਾ ਹਾਂ, ਜਿਹੜੇ ਪ੍ਰਭੂ ਨੇ, ਉਹ ਮੇਰੇ ਮਤ ਨੂੰ ਕਿਉਂ ਧਾਰਨ ਕਰਨਗੇ, ਉਹ ਮੈਨੂੰ ਆਪਣਾ ਚੇਲਾ ਕਿਵੇਂ ਸਵੀਕਾਰ ਕਰਨਗੇ। ਕਹਿੰਦਾ ਉਹਦਾ ਹੱਲ ਵੀ ਹੈ। ਰਾਮ ਕ੍ਰਿਸ਼ਨ ਅਵਤਾਰ ਆਣ ਜਗ ਗੁਰ ਕਰੇ। ਗੋਰਖਨਾਥ ਨੂੰ ਕਹਿੰਦਾ ਹੈ ਭਰਥਰੀ ਕਿ ਦੇਖੋ ਰਾਮ ਚੰਦਰ ਵੀ ਅਵਤਾਰ ਹੋਏ ਨੇ, ਇਸ ਤੋਂ ਇਲਾਵਾ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਵੀ ਅਵਤਾਰ ਹੋਏ ਨੇ, ਤੇ ਇਹਨਾਂ ਨੇ ਵੀ ਧਿਆਨ ਕੇ ਸੰਸਾਰ ਦੇ ਉੱਤੇ ਗੁਰੂਆਂ ਨੂੰ ਧਾਰਨ ਕੀਤਾ। ਇਸ ਕਥਾ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਰਾਮਚੰਦਰ ਨੇ ਵੀ ਗੁਰੂ ਬਣਾਇਆ, ਕ੍ਰਿਸ਼ਨ ਜੀ ਨੇ ਵੀ ਅਵਤਾਰ ਧਾਰਨ ਕੀਤਾ, ਪਰ ਫਿਰ ਵੀ ਉਹਨਾਂ ਨੂੰ ਗੁਰੂ ਦੀ ਲੋੜ ਪਈ। ਕਹਿੰਦਾ ਇਸ ਕਰਕੇ ਜੇਕਰ ਨਾਨਕ ਅਵਤਾਰ ਨੂੰ ਧਾਰਨ ਕਰਕੇ ਆਇਆ, ਜੇ ਉਹ ਪਰਮੇਸ਼ਰ ਹੈ, ਤੇ ਤੁਸੀਂ ਇਹ ਨਾ ਸਮਝੋ ਕਿ ਉਹ ਕੋਈ ਗੁਰੂ ਧਾਰਨ ਨਹੀਂ ਕਰੇਗਾ। ਇਸ ਕਰਕੇ ਤੁਸੀਂ ਉਹਨਾਂ ਨੂੰ ਆਪਣਾ ਚੇਲਾ ਬਣਾਓ ਤੇ ਆਪਣੇ ਮਤ ਦੇ ਵਿੱਚ ਲੈ ਆਓ। ਜਾਏ ਦੇਹੋ ਉਪਦੇਸ਼ ਜਹਾਂ ਮਿਲ ਜਾਵਈ ਹੋ ਲੈ ਜੋਗ ਕੋ ਤਾਰ ਸੁਜਸ ਜਗ ਗਾਵੇ। ਭਰਥਰੀ ਕਹਿੰਦਾ ਹੈ ਕਿ ਜਾਓ ਉਹਨਾਂ ਨੂੰ ਮਿਲ ਕੇ ਆਪਣਾ ਉਪਦੇਸ਼ ਦੇ ਕੇ ਆਪਣੇ ਮਤ ਦੇ ਵਿੱਚ ਲੈ ਆਓ, ਜੋਗ ਧਾਰਨ ਉਹਨਾਂ ਤੋਂ ਕਰਵਾ ਦਿਓ। ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਜਸ ਹੈ ਨਾ ਉਹ ਸਾਰੇ ਸੰਸਾਰ ਦੇ ਉੱਤੇ ਛਾ ਜਾਏਗਾ। ਸੁਣ ਗੋਰਖ ਮਨ ਮੈਂ ਲਖੀ ਸ਼ਕਤਵਾਨ ਹੈ ਕੋਏ ਸ੍ਰੀ ਵਿਸ਼ਨੂੰ ਅਵਤਾਰ ਜੋ ਅਬ ਕਲ ਮੈਂ ਕਿਉਂ ਹੋਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਭਰਥਰੀ ਜੋਗੀ ਨੇ ਗੁਰੂ ਗੋਰਖ ਨੂੰ ਇਸ ਤਰ੍ਹਾਂ ਦੀ ਗੱਲ ਦੱਸੀ ਸੀ, ਉਸ ਵੇਲੇ ਗੋਰਖਨਾਥ ਨੇ ਮਨ ਦੇ ਵਿੱਚ ਸੋਚਿਆ ਸੀ ਕਿ ਜਿਹਦੇ ਬਾਰੇ ਭਰਥਰੀ ਕਹਿ ਰਿਹਾ ਹੈ ਉਹ ਕੋਈ ਸ਼ਕਤੀ ਵਾਲਾ ਪੁਰਖ ਹੋਵੇਗਾ, ਕੋਈ ਮਹਾਨ ਸ਼ਕਤੀਆਂ ਵਾਲਾ ਹੋਵੇਗਾ। ਕਹਿੰਦਾ ਸ੍ਰੀ ਵਿਸ਼ਨੂੰ ਅਵਤਾਰ ਜੋ ਕਿਉਂ ਕਬ ਕਲੀ में ਹੋਏ। ਗੋਰਖਨਾਥ ਨੇ ਸੋਚਿਆ ਕਿ ਵਿਸ਼ਨੂੰ ਭਗਵਾਨ ਦਾ ਅਵਤਾਰ ਇਸ ਕਲਯੁਗ ਦੇ ਵਿੱਚ ਕਿੱਥੋਂ ਹੋਣਾ ਹੈ, ਕਿਉਂਕਿ ਆਮ ਤੌਰ ਤੇ ਮੰਨਤਾ ਹੈ ਕਿ ਵਿਸ਼ਨੂੰ ਆਪਣੇ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਹੈ।
ਕਹਿੰਦਾ ਹੈ ਕਿ ਵਿਸ਼ਨੂੰ ਭਗਵਾਨ ਨੇ ਕਿੱਥੇ ਆਉਣਾ ਹੈ? ਇਸ ਕਲਯੁਗ ਦੇ ਅਵਤਾਰ ਨੂੰ ਧਾਰਨ ਕਰਕੇ ਇਹ ਜਿਹੜਾ ਮੇਰਾ ਚੇਲਾ ਭਰਤਰੀ ਮੈਨੂੰ ਗੱਲ ਦੱਸ ਰਿਹਾ ਹੈ, ਇਹ ਉਸ ਮਨੁੱਖ ਦੀ ਗੱਲ ਦੱਸ ਰਿਹਾ ਹੈ ਜਿਹਦੇ ਵਿੱਚ ਬਹੁਤ ਜ਼ਿਆਦੀਆਂ ਸ਼ਕਤੀਆਂ ਨੇ। ਉਹ ਅਵਤਾਰ ਨਹੀਂ ਹੋ ਸਕਦੇ, ਕੋਈ ਸ਼ਕਤੀਆਂ ਵਾਲਾ ਪੁਰਖ ਜ਼ਰੂਰ ਹੋ ਸਕਦਾ। ਤਦਪ ਜੀਤ ਕਰ ਤਾਹਿ ਮੈਂ ਆਨੋ ਨਿਜ ਪੰਥ ਮੈਂ। ਪਰ ਉਸਨੇ ਇਸ ਗੱਲ ਨੂੰ ਜ਼ਰੂਰ ਮੰਨਿਆ ਕਿ ਜਿਹੜਾ ਐਡਾ ਵੱਡਾ ਸ਼ਕਤੀਆਂ ਵਾਲਾ ਮਨੁੱਖ ਹੈ, ਉਸ ਨੂੰ ਜਿੱਤ ਕੇ ਆਪਣੇ ਪੰਥ ਦੇ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਹੈ, ਕਿਉਂਕਿ ਐਸਾ ਜਿਹੜਾ ਮੇਰਾ ਚੇਲਾ ਹੋਵੇਗਾ ਨਾ, ਉਹ ਮੇਰਾ ਦੁਨੀਆ ਦੇ ਉੱਤੇ ਨਾਮ ਮਸ਼ਹੂਰ ਕਰੇਗਾ। ਆਸਬੇਦ ਤਾਰੇ ਔਰ ਮਾਹੇ ਕੀਨ ਪਿਆਨਾ ਮੇਰ ਤੇ। ਗ੍ਰੰਥਾਕਾਰ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਭਰਤਰੀ ਜੋਗੀ ਤੋਂ ਉਸ ਵੇਲੇ ਗੋਰਖਨਾਥ ਨੇ ਫਿਰ ਸਮੇਰ ਵੱਲ ਚਾਲੇ ਪਾਏ, ਜਿੱਧਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾ ਰਹੇ ਸਨ। ਉਤ ਗੋਰਖ ਜੋ ਕੀਨ ਗੁਰ ਕਥਾ ਇਤ ਕੀ ਸੁਣੋ ਤੁਮ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਮੈਂ ਗੋਰਖਨਾਥ ਦੀ ਕਥਾ ਦੱਸੀ ਹੈ, ਹੁਣ ਗੁਰੂ ਵਾਲੇ ਪਾਸੇ ਦੀ ਕਥਾ ਕੀ ਹੈ ਉਹ ਮੈਂ ਦੱਸਦਾ। ਗਮਨੇ ਪ੍ਰਭੂ ਪ੍ਰਵੀਨ ਜਿਨ ਬਾਣੀ ਹੈ ਸ਼ਾਂਤ ਹੋਇਆ। ਜਿਹੜੇ ਸਤਿਗੁਰਾਂ ਦੀ ਬਾਣੀ ਬੜੀ ਸ਼ਾਂਤਮਈ ਹੈ, ਐਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਪ੍ਰਭੂ ਨੇ, ਉਹ ਗਮਨੇ ਜਾ ਰਹੇ ਨੇ, ਭਾਵ ਚਲੇ ਜਾ ਰਹੇ ਨੇ ਸਮੇਰ ਦੇ ਵੱਲ। ਪਰ ਸਥਾਨੇ ਗੁਣ ਖਾਨ ਹਨਨ ਸਭ ਸਿੱਧਨ ਮਾਨਾ ਗਏ ਹਿਮਾਚਲ ਊਰਦ ਦੇਖ ਬੋਲਿਓ ਮਰਦਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਸਥਾਨੇ ਨੇ, ਚਲੇ ਜਾ ਰਹੇ ਨੇ, ਜਿਹੜੇ ਕਿ ਗੁਣਾਂ ਦੀ ਖਾਨ ਨੇ, ਉਹ ਮਾਨੋ ਕਿ ਸਿੱਧਾਂ ਦੇ ਹੰਕਾਰ ਨੂੰ ਦੂਰ ਕਰਨ ਦੇ ਵਾਸਤੇ ਜਾ ਰਹੇ ਨੇ। ਚਲਦਿਆਂ ਚਲਦਿਆਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਿਮਾਲਿਆ ਪਰਬਤ ਦੇ ਉੱਤੇ ਪਹੁੰਚ ਗਏ ਨੇ। ਜਦੋਂ ਉੱਥੇ ਪਹੁੰਚੇ, ਕਹਿੰਦੇ ਨੇ ਦੇਖ ਬੋਲਿਓ ਮਰਦਾਨਾ। ਮਰਦਾਨਾ ਫਿਰ ਬੋਲਿਆ। ਮਰਦਾਨੇ ਨੇ ਸਵਾਲ ਕੀਤਾ, ਸੇਤ ਹੀ ਸੇਤ ਸਥਾਨ ਜਹਾਂ ਕਹਿ ਸਰਬ ਰਚਨਾ ਇਹ ਭਵੰਤ ਕਿਦੈ ਕੁਛ ਨਾ ਆਵੇ। ਮਰਦਾਨਾ ਕਹਿੰਦਾ, ਇਹ ਸੱਚੇ ਪਾਤਸ਼ਾਹ, ਜਿੱਧਰ ਵੀ ਮੈਂ ਨਿਗਾਹ ਮਾਰਦਾ ਹਾਂ ਚਿੱਟੀ ਹੀ ਚਿੱਟੀ ਜਗ੍ਹਾ ਦਿਸਦੀ ਹੈ। ਸੱਚੇ ਪਾਤਸ਼ਾਹ, ਇਹ ਭਗਵਾਨ ਨੇ ਕਿਸ ਤਰ੍ਹਾਂ ਦੀ ਰਚਨਾ ਨੂੰ ਰਚਿਆ ਹੋਇਆ। ਕਹੋ ਸਰਬ ਬਿਰਤਾਂਤ ਇਹ ਨਾਮ ਪਹਾੜ ਬਖਾਨ ਕਰ ਨਿਜ ਸ਼੍ਰੋਣਨ ਮੈਂ ਸੁਣ ਬੈਣ ਕੋ ਬੋਲੇ ਮੁਖ ਕੋ ਜਗਤ ਗੁਰ। ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ, ਪਹਿਲਾਂ ਤੇ ਇਸ ਪਹਾੜ ਦਾ ਨਾਂ ਦੱਸੋ ਕਿ ਕਿਹੜਾ ਪਹਾੜ ਹੈ ਜਿਹਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ, ਫਿਰ ਇਸ ਦਾ ਸਾਰਾ ਬਿਰਤਾਂਤ ਦੱਸੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਰਦਾਨੇ ਦੀ ਗੱਲ ਨੂੰ ਸੁਣਿਆ ਤੇ ਬੈਣ ਬੋਲੇ ਨੇ, ਬਚਨ ਕੀਤਾ ਹੈ। ਜਿਹੜੇ ਜਗਤ ਗੁਰ ਨੇ, ਜਿਹੜੇ ਸੰਸਾਰ ਦੇ ਗੁਰੂ ਨਾਨਕ ਨੇ, ਉਹਨਾਂ ਨੇ ਫਿਰ ਬਚਨ ਕੀਤਾ, ਨਾਮ ਹਿਮਾਲੈ ਸੈਲ ਕੋ ਬਹੁਤ ਸੇਤ ਜੋ ਦੇਖ ਪਰੀ ਬਰਫ ਸੋ ਜਮ ਰਹੀ ਸੀਤੈ ਕਰੇ ਬਸੇਖ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆਂ, ਇਸ ਪਹਾੜ ਦਾ ਨਾਂ ਹੈ ਹਿਮਾਲਾ। ਹਿਮਾਲਾ ਪਰਬਤ ਇਸ ਦਾ ਨਾਂ ਹੈ। ਔਰ ਇਹ ਜਿਹੜੀ ਤੂੰ ਚਿੱਟੀ ਹੀ ਚਿੱਟੀ ਜਗ੍ਹਾ ਦੇਖ ਰਿਹਾ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਹਰ ਇੱਕ ਜਗ੍ਹਾ ਦੇ ਉੱਤੇ ਬਰਫ਼ ਪਈ ਹੋਈ ਹੈ ਔਰ ਬਰਫ਼ ਪੈ ਕੇ ਚਿੱਟੇ ਰੰਗ ਦੀ ਜੰਮੀ ਹੋਈ ਹੈ। ਭਾਈ ਮਰਦਾਨਿਆਂ, ਇਹ ਬਰਫ਼ ਬੜੀ ਠੰਡੀ ਹੈ, ਬਹੁਤ ਜ਼ਿਆਦਾ ਮਨੁੱਖ ਨੂੰ ਠੰਡਾ ਕਰ ਦਿੰਦੀ ਹੈ। ਇਹ ਸਾਰੀ ਬਰਫ਼ ਦੇਖ ਰਿਹਾ ਜਿਹੜਾ ਤੈਨੂੰ ਚਿੱਟਾ ਸਥਾਨ ਲੱਗਦਾ ਹੈ। ਪਾਂਡਵਯਾਨ ਗਰੇ ਅਸਮੇ ਖਗ ਯਾਵਤ ਜਾਂ ਪਰਸੋਂ ਗਰ ਜਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਆਖਿਆ ਕਿ ਪਾਂਡਵ ਇਸੇ ਹੀ ਪਹਾੜ ਦੀ ਬਰਫ਼ ਦੇ ਵਿੱਚ ਆਣ ਕੇ ਗਲ ਗਏ ਸਨ, ਔਰ ਜਿਹੜਾ ਵੀ ਪੰਛੀ ਇੱਥੇ ਜਾਂਦਾ ਹੈ ਉਹ ਵੀ ਗਲ ਜਾਂਦਾ ਹੈ, ਉਹ ਬਚਦਾ ਨਹੀਂ। ਕਹਿੰਦੇ ਨੇ, ਏਕ ਬਚਿਓ ਧਰਮ ਰਾਏ ਕੋ ਤਾਤ ਨਾ ਆਇਓ ਇਤੈ ਸੁਰਲੋਕ ਸਦਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਪਾਂਡਵ ਹੋਏ ਨੇ ਉਹ ਵੀ ਇਸੇ ਪਹਾੜ ਦੀ ਬਰਫ਼ ਦੇ ਵਿੱਚ ਆਣ ਕੇ ਗਲ ਗਏ ਸਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਧਰਮ ਰਾਜ ਦਾ ਪੁੱਤਰ ਸੀ, ਜਿਹਨੂੰ ਆਪਾਂ ਕਹਿੰਦੇ ਆ ਯੁਧਿਸ਼ਟਰ, ਜਿਹੜਾ ਪਾਂਡਵਾਂ ਦਾ ਵੱਡਾ ਭਰਾ ਸੀ, ਉਸ ਨੂੰ ਧਰਮ ਰਾਜ ਦਾ ਪੁੱਤਰ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਧਰਮ ਰਾਜ ਦਾ ਪੁੱਤਰ ਯੁਧਿਸ਼ਟਰ ਸੀ, ਸਿਰਫ ਪਾਂਡਵਾਂ ਦੇ ਵਿੱਚੋਂ ਉਹੀ ਬਚਿਆ ਸੀ
ਤੇ ਉਹੀ ਸੁਰਗਾਂ ਦੇ ਲੋਕ ਦੇ ਵਿੱਚ ਦੇਵਪੁਰੀ ਨੂੰ ਚਲਾ ਗਿਆ ਸੀ। ਮਹਾਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕਥਾ ਆਉਂਦੀ ਹੈ, ਪਾਂਡਵ ਆਪਣੇ ਰਾਜ ਨੂੰ ਛੱਡ ਕੇ ਤਪੱਸਿਆ ਕਰਨ ਦੇ ਵਾਸਤੇ ਗਏ ਸਨ। ਦ੍ਰੋਪਦੀ ਵੀ ਉਹਨਾਂ ਦੇ ਨਾਲ ਸੀ ਤੇ ਇੱਕ ਇੱਕ ਕਰਕੇ ਉਹ ਸਾਰੇ ਦੇ ਸਾਰੇ ਮਾਰੇ ਗਏ। ਦ੍ਰੋਪਦੀ ਵੀ ਉਸ ਬਰਫ਼ ਦੇ ਵਿੱਚ ਗਲ ਕੇ ਮਰ ਗਈ। ਪਰ ਇਹ ਇਤਿਹਾਸਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿਰਫ ਯੁਧਿਸ਼ਟਰ ਤੇ ਉਸਦਾ ਇੱਕ ਕੁੱਤਾ ਨਾਲ ਸੀ। ਯੁਧਿਸ਼ਟਰ ਆਪਣੇ ਕੁੱਤੇ ਦੇ ਸਮੇਤ ਬੈਕੁੰਠਾਂ ਨੂੰ ਗਿਆ ਸੀ, ਬਾਕੀ ਸਾਰੇ ਦੇ ਸਾਰੇ ਗਲ ਕੇ ਮਰ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਇੱਕ ਨਾਰਾਇਣ ਹਰੀ ਗ੍ਰੰਥ ਹੈ, ਉਹ ਬਹੁਤ ਵਧੀਆ ਗ੍ਰੰਥ ਹੈ, ਉਹਦੇ ਵਿੱਚ ਬੜੀਆਂ ਸਾਖੀਆਂ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਗ੍ਰੰਥ ਨੂੰ ਪੜ੍ਹਿਆ ਕਰੋ। ਔਰ ਮੈਂ ਉਸ ਗ੍ਰੰਥ ਦੇ ਵਿੱਚ ਇਹ ਸਾਖੀ ਨੂੰ ਵੀ ਪੜ੍ਹਿਆ, ਜਿਹਦੇ ਵਿੱਚ ਇਹ ਸਾਰੀ ਸਾਖੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਂਡਵ ਤਪੱਸਿਆ ਕਰਨ ਦੇ ਵਾਸਤੇ ਗਏ ਔਰ ਕਿਸ ਕਿਸ ਤਰੀਕੇ ਦੇ ਨਾਲ ਉਹ ਸਾਰੇ ਗਲ ਕੇ ਮਰੇ ਤੇ ਆਪਣੇ ਕੁੱਤੇ ਦੇ ਸਮੇਤ ਕਿਸ ਤਰ੍ਹਾਂ ਇਹ ਜਿਹੜਾ ਯੁਧਿਸ਼ਟਰ ਸੀ ਨਾ, ਇਹ ਬੈਕੁੰਠਾਂ ਦੇ ਵਿੱਚ ਪਹੁੰਚਿਆ। ਇਹ ਨਾਰਾਇਣ ਹਰੀ ਉਪਦੇਸ਼ ਦੇ ਵਿੱਚ ਸਾਖੀ ਲਿਖੀ ਹੋਈ ਹੈ। ਮੇਰਾ ਇਹ ਪ੍ਰਕਰਨ ਨਹੀਂ ਹੈ, ਇਸ ਕਰਕੇ ਮੈਂ ਇਸ ਪਾਸੇ ਨਹੀਂ ਜਾਣਾ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ ਇਹ ਉਹੀ ਪਹਾੜ ਦੀ ਉਹੀ ਬਰਫ਼ ਹੈ ਜਿਹਦੇ ਵਿੱਚ ਪਾਂਡਵ ਮਰ ਗਏ ਸਨ। ਯੁਧਿਸ਼ਟਰ ਕੱਲਾ ਬਚ ਕੇ ਸੁਰਲੋਕ ਨੂੰ ਗਿਆ ਸੀ। ਸਿਰ ਕਰ ਤਾਰ ਦਇਆ ਤੁਝ ਪੇ ਤਨ, ਖੇਦ ਨਹੀਂ ਇਹ ਠੌਰ ਦਿਖਾਈ। ਕਈ ਐਸੇ ਸਵਾਲ ਸਨ ਜਿਹੜੇ ਕਿ ਮਰਦਾਨੇ ਤੇ ਬਗੈਰ ਪੁੱਛਣ ਤੋਂ ਸਤਿਗੁਰੂ ਜੀ ਉੱਤਰ ਪਹਿਲਾਂ ਹੀ ਦੇ ਦਿੰਦੇ ਸਨ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆਂ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਤਾਂ ਤੇਰੇ ਸਰੀਰ ਨੂੰ ਕੋਈ ਖੇਦ ਕਸ਼ਟ ਨਹੀਂ ਪਹੁੰਚਿਆ, ਤਾਂ ਤੂੰ ਇਸ ਜਗ੍ਹਾ ਨੂੰ ਦੇਖ ਸਕਿਆ। ਕਿਉਂਕਿ ਹੋ ਸਕਦਾ ਸੀ ਕਿ ਇਸ ਗੱਲ ਤੋਂ ਬਾਅਦ ਮਰਦਾਨਾ ਸਵਾਲ ਕਰਦਾ, ਫਿਰ ਸੱਚੇ ਪਾਤਸ਼ਾਹ ਮੈਂ ਕਿਉਂ ਨਹੀਂ ਗਲਿਆ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕਿਵੇਂ ਆ ਗਿਆ। ਕਿਉਂਕਿ ਜਦੋਂ ਮੱਕੇ ਦੇ ਵਿੱਚ ਗਏ ਸੀ ਤੇ ਜਦੋਂ ਮਰਦਾਨਾ ਕਾਬੇ ਨੂੰ ਅੰਦਰੋਂ ਦੇਖ ਕੇ ਆਇਆ ਤੇ ਸੱਚੇ ਪਾਤਸ਼ਾਹ ਜੀ ਨੇ ਸਾਰਾ ਇਤਿਹਾਸ ਸੁਣਾਇਆ, ਤੇ ਜਿਹਦੇ ਵਿੱਚ ਇਤਿਹਾਸ ਦੇ ਵਿੱਚ ਸਤਿਗੁਰਾਂ ਨੇ ਆਖਿਆ ਸੀ ਉਸ ਜਗ੍ਹਾ ਤੇ ਜਿਹੜਾ ਵੀ ਅੱਖਾਂ ਤੇ ਪੱਟੀ ਬੰਨਣ ਤੋਂ ਬਗੈਰ ਜਾਂ ਅੱਖਾਂ ਬੰਦ ਕਰਨ ਤੋਂ ਬਗੈਰ ਜਾਂਦਾ ਹੈ ਉਹ ਅੰਨਾ ਹੋ ਜਾਂਦਾ ਹੈ। ਤੇ ਮਰਦਾਨੇ ਨੇ ਆਖਿਆ ਸੱਚੇ ਪਾਤਸ਼ਾਹ ਫਿਰ ਮੈਂ ਕਿਉਂ ਨਹੀਂ ਅੰਨਾ ਹੋਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਮਰਦਾਨਿਆਂ ਪਰਮੇਸ਼ਰ ਦੀ ਤੇਰੇ ਤੇ ਕਿਰਪਾ ਹੈ, ਇਸ ਕਰਕੇ ਨਹੀਂ ਹੋਇਆ। ਹੁਣ ਮਰਦਾਨੇ ਨੇ ਇਹ ਸਵਾਲ ਨਹੀਂ ਕੀਤਾ ਕਿ ਮੈਂ ਇੱਥੇ ਕਿਵੇਂ ਪਹੁੰਚ ਗਿਆ। ਸਤਿਗੁਰਾਂ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਕਿ ਕਿਤੇ ਪ੍ਰਸ਼ਨ ਹੀ ਨਾ ਕਰੇ। ਕਹਿੰਦੇ ਨੇ ਕਰਤਾਰ ਦੀ ਪਰਮੇਸ਼ਰ ਦੀ ਕਿਰਪਾ ਹੋਈ ਹੈ ਮਰਦਾਨਿਆਂ, ਤਾਂ ਤੂੰ ਇਹ ਜਗ੍ਹਾ ਦੇਖ ਸਕਿਆ। ਆਗੇ ਚਲੇ ਸਿਰ ਧਾਰ ਪਹਾੜ ਬਿਲੋਕਤ ਤਾਹੇ ਬਾਣ ਅਲਾਈ। ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਹੋਰ ਦੂਸਰੇ ਪਹਾੜ ਤੇ ਗਏ ਨੇ, ਜਿਸ ਪਹਾੜ ਦਾ ਨਾਂ ਹੈ ਸਿਰ ਧਾਰ। ਉਸ ਪਹਾੜ ਤੇ ਜਾ ਕੇ ਸਤਿਗੁਰੂ ਜੀ ਖੜੇ ਹੋਏ ਨੇ, ਅਜੇ ਚੜੇ ਨਹੀਂ ਹਨ। ਤੇ ਸਤਿਗੁਰਾਂ ਨੇ ਪਹਾੜ ਨੂੰ ਦੇਖ ਕੇ ਮਰਦਾਨੇ ਨੂੰ ਇਹ ਆਖਿਆ, ਗੈਲ ਨਹੀਂ ਇਹ ਸੈਲ ਕੇ ਉੱਪਰ, ਸੀਸ ਯਾਦੋ ਪਦ ਯੂਰਦ ਹੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆਂ ਇਹ ਪਹਾੜ ਦੇ ਉੱਤੇ ਜਾਣ ਦਾ ਕੋਈ ਰਸਤਾ ਨਹੀਂ ਹੈ, ਕੋਈ ਪਗ ਡੰਡੀ ਨਹੀਂ ਹੈ। ਕਹਿੰਦੇ ਨੇ ਮਰਦਾਨਿਆਂ ਕਦੇ ਕਦੇ ਸਿਰ ਥੱਲੇ ਤੇ ਲੱਤਾਂ ਉਤਾਂਹ ਹੋ ਜਾਂਦੀਆਂ ਨੇ। ਕਹਿਣ ਤੋਂ ਭਾਵ ਹੈ ਕਿ ਕਦੇ ਕਦੇ ਮਨੁੱਖ ਤਿਲਕ ਕੇ ਇਸ ਤੋਂ ਡਿੱਗ ਪੈਂਦਾ ਹੈ। ਖਿਆਲ ਰੱਖੀ ਕਿਤੇ ਤੇਰੀ ਵੀ ਹਾਲਤ ਇਸ ਤਰ੍ਹਾਂ ਦੀ ਨਾ ਹੋਵੇ ਕਿ ਲੱਤਾਂ ਉਤਾਂਹ ਹੋ ਜਾਣ ਤੇ ਸਿਰ ਥੱਲੇ ਹੋ ਜਾਵੇ, ਭਾਵ ਕਿ ਕਿਤੇ ਤਿਲਕ ਕੇ ਡਿੱਗਣਾ ਪਵੇ। ਇੱਥੇ ਕੋਈ ਪਗ ਡੰਡੀ ਨਹੀਂ ਹੈ, ਕੋਈ ਰਸਤਾ ਨਹੀਂ ਹੈ, ਇਹ ਬੜਾ ਬਿਖੜਾ ਰਸਤਾ ਹੈ। ਕੋ ਨਹੀਂ ਆਏ ਮਹਾ ਬਿਖਰੋ ਮਗ, ਆਵਤ ਸੋ ਹੋਏ ਖੇਚਰ ਜੋ। ਮਰਦਾਨਿਆਂ ਇਸ ਪਹਾੜ ਦੇ ਉੱਤੇ ਕੋਈ ਨਾ ਆਏ, ਕੋਈ ਨਹੀਂ ਆਉਂਦਾ। ਮਹਾ ਬਿਖਰੋ ਮਗ, ਬੜਾ ਬਿਖੜਾ ਜਿਹਾ ਬੜਾ ਔਖਾ ਰਸਤਾ ਹੈ। ਅੱਗੇ ਕਹਿੰਦੇ ਨੇ ਆਵਤ ਸੋ ਹੈ ਖੇਚਰ ਜੋ। ਮਰਦਾਨਿਆਂ ਇਸ ਪਹਾੜ ਤੇ ਉਹੀ ਆਉਂਦੇ ਨੇ ਜਿਹੜੇ ਖੇਚਰ ਹੁੰਦੇ ਨੇ। ਹੁਣ ਖੇਚਰ ਜਿਹੜਾ ਸ਼ਬਦ ਹੈ ਇਸ ਦੇ ਆਮ ਤਿੰਨ ਅਰਥ ਬਣਦੇ ਨੇ। ਜਿਹੜੇ ਉੱਡਣ ਵਾਲੇ ਪੰਛੀ ਨੇ ਉਹਨਾਂ ਨੂੰ ਵੀ ਖੇਚਰ ਕਿਹਾ ਜਾ ਸਕਦਾ ਹੈ। ਆਵੇ ਸੋਏ ਖੇਚਰ ਜੋ, ਜਿਹੜਾ ਉੱਡਣ ਵਾਲਾ ਪੰਛੀ ਹੋਵੇ ਉਹ ਇੱਥੇ ਆ ਸਕਦਾ ਹੈ। ਖੇਚਰ ਤੋਂ ਭਾਵ ਹੁੰਦਾ ਹੈ ਜਿਹੜਾ ਜੋਗ ਨੂੰ ਜਾਣਦਾ ਹੋਵੇ, ਉਹਨੂੰ ਵੀ ਖੇਚਰ ਕਹਿੰਦੇ ਨੇ। ਜਾਂ ਫਿਰ ਜਿਹੜਾ ਜੋਗ ਨੂੰ ਜਾਣਦਾ ਹੋਵੇ ਉਹ ਇੱਥੇ ਪਹੁੰਚ ਸਕਦਾ ਹੈ। ਤੇ ਅਸਲੀ ਤੇ ਸਾਰਿਆਂ ਨਾਲੋਂ ਸਰਲ ਜਿਹੜਾ ਲਫ਼ਜ਼ ਹੈ ਨਾ, ਉਹਦਾ ਅਰਥ ਇਹ ਹੈ ਆਵੇ ਜੋ ਖੇਚਰ ਹੋ, ਭਾਵ ਉਹਨੂੰ ਖੇਚਲ ਹੁੰਦੀ ਹੈ। ਆਮ ਖੇਚਲ ਦੇ ਨਾਲ ਖੇਚਰ ਸ਼ਬਦ ਰਲਦਾ ਹੈ।
ਤਿੰਨੇ ਹੀ ਸ਼ਬਦਾਂ ਦੇ ਵੱਖਰੇ ਵੱਖਰੇ ਮਤਲਬ ਨੇ, ਪਰ ਆਪਾਂ ਜਿਹੜਾ ਸੌਖਾ ਸ਼ਬਦ ਹੈ ਨਾ ਉਹਦਾ ਹੀ ਅਰਥ ਲਾ ਲੈਨੇ ਆ। ਆਵਤ ਸੋ ਹੋਏ ਖੇਚਰ ਜੋ। ਮਰਦਾਨਿਆਂ ਪਹਿਲੀ ਤੇ ਗੱਲ ਇਹ ਹੈ, ਇੱਥੇ ਕੋਈ ਆਉਂਦਾ ਹੀ ਨਹੀਂ ਹੈ, ਪਰ ਜਿਹੜਾ ਆਉਂਦਾ ਹੈ ਨਾ ਉਹਨੂੰ ਬੜੀ ਖੇਚਲ ਹੁੰਦੀ ਹੈ, ਬੜੀ ਤਕਲੀਫ ਹੁੰਦੀ। ਸੇਵਕ ਸ਼ਾਮ ਸਦਾ ਸੁਖ ਧਾਮ ਪਨ, ਅਭਿਰਾਮ ਸੁਣੈ ਹਮ ਦੋ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਇਹ ਜਿਹੜੀਆਂ ਸਾਰੀਆਂ ਸਾਖੀਆਂ ਨੇ, ਇਹਨਾਂ ਨੂੰ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਸੁਣਾਉਂਦਿਆਂ ਸੁਣਾਉਂਦਿਆਂ ਸਾਖੀ ਭਾਈ ਬਾਲਾ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਖਾਂ ਦੇ ਘਰ ਨੇ, ਉਹ ਇਸ ਤਰ੍ਹਾਂ ਦੇ ਬਚਨ ਸਾਨੂੰ ਸੁੰਦਰ ਕਹਿ ਰਹੇ ਸਨ ਤੇ ਮੈਂ ਤੇ ਮਰਦਾਨਾ ਉਹਨਾਂ ਦੇ ਬਚਨਾਂ ਨੂੰ ਸੁਣ ਰਹੇ ਸਨ। ਗੋਰਖ ਆਏ ਗਇਓ ਟਿਗ ਤਾਂ ਛਿਨ, ਵਾਕ ਉਚਾਰਤ ਹੋ ਤੁਮ ਕੋ। ਸਤਿਗੁਰੂ ਜੀ ਅਜੇ ਬਚਨ ਬਿਲਾਸ ਸਾਡੇ ਨਾਲ ਕਰ ਹੀ ਰਹੇ ਸਨ। ਭਾਈ ਬਾਲਾ ਜੀ ਕਹਿੰਦੇ ਨੇ ਇੰਨੇ ਚਿਰ ਨੂੰ ਗੋਰਖਨਾਥ ਉੱਥੇ ਪਹੁੰਚ ਗਿਆ। ਆਉਂਦਿਆਂ ਹੀ ਉਸਨੇ ਸਵਾਲ ਕੀਤਾ, ਹੋ ਤੁਮ ਕੋ। ਕਹਿੰਦਾ ਆਉਂਦਿਆਂ ਹੀ ਉਹਨੇ ਸਤਿਗੁਰਾਂ ਨੂੰ ਸਵਾਲ ਕੀਤਾ, ਤੁਸੀਂ ਕੌਣ ਹੋ? ਕੌਣ ਤੁਮ ਨਾਮ ਦੇਸ਼ ਛੋੜ ਆਇਓ, ਕੌਣ ਨਾਮ ਕੌਣ ਤੇਰੀ ਜਾਤ ਕੀਓ, ਕਿਤਰ ਕੋ ਪਿਆਣ ਹੈ। ਮਾਨੋ ਕਿ ਗੋਰਖਨਾਥ ਨੇ ਆਉਂਦਿਆਂ ਹੀ ਜਿਸ ਤਰ੍ਹਾਂ ਤੀਰਾਂ ਦੀ ਵਰਖਾ ਕਰੀਦੀ ਹੈ, ਇਸੇ ਤਰ੍ਹਾਂ ਸਵਾਲਾਂ ਦੀ ਵਰਖਾ ਕਰ ਦਿੱਤੀ ਸਤਿਗੁਰਾਂ ਤੇ। ਕਹਿੰਦਾ ਕੌਣ ਤੁਮ ਨਾਮ, ਤੁਹਾਡਾ ਕੀ ਨਾਮ ਹੈ? ਦੇਸ਼ ਛੋੜ ਆਇਓ, ਕੌਣ ਨਾਮ? ਕਹਿੰਦਾ ਦੇਸ਼ ਨੂੰ ਛੱਡ ਕੇ ਆਇਆ ਹਾਂ। ਕਿਹੜੇ ਦੇਸ਼ ਨੂੰ ਛੱਡ ਕੇ ਆਇਆ? ਤੇਰੇ ਇਲਾਕੇ ਦਾ ਦੇਸ਼ ਦਾ ਕੀ ਨਾਂ ਹੈ? ਕੌਣ ਤੇਰੀ ਜਾਤ, ਤੂੰ ਕਿਹੜੀ ਜਾਤੀ ਦੇ ਨਾਲ ਸੰਬੰਧਿਤ ਹੈ? ਕੀ ਉਹ ਕਿਤ ਕੋ ਪਿਆਣ ਹੈ, ਔਰ ਇੱਥੋਂ ਤੂੰ ਅੱਗੇ ਕਿੱਧਰ ਨੂੰ ਜਾ ਰਿਹਾ? ਇਹ ਸਵਾਲ ਕੀਤੇ ਨੇ ਗੋਰਖਨਾਥ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਗੈਲ ਨਾ ਬਸੁੰਦਰ ਪ੍ਰਕਾਸ਼ੇ ਮਾਰ ਟੰਡ ਨਹਿ, ਦੇਖੇ ਡਰ ਲਾਗੇ ਆਗੇ ਰਾਖਸ਼ ਭਿਆਨ ਹੈ। ਗੋਰਖਨਾਥ ਕਹਿੰਦਾ ਕਿ ਧਰਤੀ ਦੇ ਵਾਂਗੂ ਪੱਧਰਾ ਰਸਤਾ ਨਹੀਂ ਹੈ ਜਿੱਧਰ ਨੂੰ ਤੂੰ ਜਾ ਰਿਹਾ ਹੈ। ਇਸ ਤੋਂ ਇਲਾਵਾ ਕਹਿੰਦਾ ਪ੍ਰਕਾਸ਼ੇ ਮਾਰ ਟੰਡ ਨਹੀਂ। ਗੋਰਖਨਾਥ ਕਹਿੰਦਾ ਕਿ ਜਿੱਧਰ ਪਾਸੇ ਜਿਹੜੇ ਪਾਸੇ ਤੂੰ ਜਾ ਰਿਹਾ ਹੈ ਉੱਥੇ ਨਹੀਂ ਪ੍ਰਕਾਸ਼ ਦਾ ਮਾਰਤੰਡ। ਮਾਰਤੰਡ ਕਹਿੰਦੇ ਨੇ ਸੂਰਜ ਨੂੰ। ਕਹਿੰਦਾ ਕਿ ਉੱਥੇ ਸੂਰਜ ਵੀ ਨਹੀਂ ਪ੍ਰਕਾਸ਼ ਦਾ, ਔਰ ਦੇਖਦਿਆਂ ਹੀ ਡਰ ਲੱਗਦਾ ਹੈ ਉਸ ਜਗ੍ਹਾ ਨੂੰ, ਔਰ ਰਸਤੇ ਦੇ ਵਿੱਚ ਬੜੇ ਵੱਡੇ ਵੱਡੇ ਰਾਖਸ਼ ਰਹਿੰਦੇ ਨੇ। ਤੂੰ ਇੱਧਰ ਨੂੰ ਕਿਉਂ ਜਾ ਰਿਹਾ? ਕੈਸੇ ਜਾਵੋ ਆਗੇ ਪਿੱਛੇ ਹਟੋ ਅਬ ਭਾਗੇ ਜਾਓ, ਕੋ ਨਾ ਦੁੱਖ ਲਾਗੇ ਮਮ ਬਚਨ ਜੇ ਮਾਨ ਹੈ। ਗੋਰਖਨਾਥ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਡਰਾ ਧਮਕਾ ਕੇ ਮੋੜਨ ਦਾ ਯਤਨ ਕਰ ਰਿਹਾ। ਕਹਿੰਦਾ ਉੱਥੇ ਸੂਰਜ ਨਹੀਂ ਪ੍ਰਕਾਸ਼ ਦਾ, ਵੱਡੇ ਵੱਡੇ ਰਸਤੇ ਦੇ ਵਿੱਚ ਰਾਖਸ਼ ਰਹਿੰਦੇ ਨੇ ਜਿਹੜੇ ਮਨੁੱਖਾਂ ਨੂੰ ਖਾ ਜਾਂਦੇ ਨੇ। ਇਸ ਕਰਕੇ ਤੂੰ ਇੱਥੋਂ ਹੀ ਦੌੜ ਜਾ, ਪਿਛਾਂ ਨੂੰ ਪਰਤ ਜਾ। ਜੇਕਰ ਮੇਰੇ ਆਖੇ ਲੱਗੇਗਾ ਤੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਪਰ ਜੇ ਤੂੰ ਮੇਰੇ ਆਖੇ ਨਾ ਲੱਗਿਆ ਤੇ ਤੈਨੂੰ ਦੁੱਖ ਮਿਲਣਗੇ। ਇਹ ਗੋਰਖਨਾਥ ਨੇ ਆਖਿਆ। ਪੂਰੋ ਗੁਰੂ ਕੀਜੈ ਇਤ ਜਾਣ ਨਾਮ ਲੀਜੈ, ਤਬ ਬਿਨਾ ਆਈ ਚਲੇ ਕੈਸੇ ਦੇਨ ਨਿਜ ਪ੍ਰਾਣ ਹੈ। ਸਤਿਗੁਰਾਂ ਨੂੰ ਕਹਿੰਦਾ ਹੈ ਕਿ ਜੇ ਤੂੰ ਜ਼ਰੂਰ ਜਾਣਾ ਹੈ ਸਮੇਰ ਪਰਬਤ ਦੇ ਉੱਤੇ, ਜੇਕਰ ਜ਼ਰੂਰ ਜਾਣਾ ਹੈ ਤੇ ਫਿਰ ਤੈਨੂੰ ਗੁਰੂ ਧਾਰਨ ਕਰਨਾ ਪਵੇਗਾ। ਇਸ ਕਰਕੇ ਤੂੰ ਮੈਨੂੰ ਗੁਰੂ ਧਾਰਨ ਕਰ ਤੇ ਫਿਰ ਉਧਰ ਜਾਣ ਦਾ ਨਾਂ ਲੈ। ਬਿਨਾ ਆਈ ਚਲੇ ਕੈਸੇ ਦੇਨ ਨਿਜ ਪ੍ਰਾਣ ਕੋ। ਤੁਹਾਡੀ ਮੌਤ ਨਹੀਂ ਅਜੇ ਆਈ ਤੇ ਬਗੈਰ ਹੀ ਆਈ ਤੋਂ ਤੁਸੀਂ ਕਿਉਂ ਮਰਨ ਦੇ ਵਾਸਤੇ ਇੱਧਰ ਨੂੰ ਜਾ ਰਹੇ ਹੋ? ਗੋਰਖਨਾਥ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਸਿੱਖਿਆ ਦੇਣ ਦਾ ਯਤਨ ਕਰਦਾ ਹੈ। ਰੂਪਿਆ ਚ ਰਾਜ ਹਮ ਜਾਤ ਤੇ ਆਜਾਤ ਭਏ, ਦੇਸ਼ ਜਾਣ ਸੋ ਜਹ ਸਸੀ ਨਹੀਂ ਭਾਣ ਕੋ। ਹੁਣ ਜਿਹੜੇ ਸਵਾਲ ਕੀਤੇ ਨੇ ਗੋਰਖਨਾਥ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਕਹਿੰਦੇ ਨੇ ਰੂਪ ਅਚਰਜ ਹਮ, ਕਹਿੰਦੇ ਨੇ ਮੇਰਾ ਜਿਹੜਾ ਰੂਪ ਹੈ ਉਹ ਅਚਰਜ ਹੈ। ਜਾਤ ਤੇ ਆਜਾਤ ਪਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੀ ਕੋਈ ਜਾਤ ਨਹੀਂ ਹੈ, ਮੈਂ ਜਾਤਾਂ ਤੋਂ ਵੀ ਵੱਖਰੀ ਚੀਜ਼ ਹਾਂ। ਦੇਸ਼ ਜਾਣ ਸੋ, ਕਹਿੰਦੇ ਨੇ ਮੇਰਾ ਦੇਸ਼ ਉਹ ਆ ਜਿੱਥੇ ਸੂਰਜ ਧੇਕੀ ਉੱਥੇ ਚੰਦਰਮਾ ਵੀ ਨਹੀਂ ਚੜਦਾ। ਕਿਉਂਕਿ ਗੋਰਖਨਾਥ ਨੇ ਆਖਿਆ ਨਾ ਕਿ ਜਿਹੜੇ ਪਾਸੇ ਸਮੇਰ ਤੇ ਤੂੰ ਜਾ ਰਿਹਾ ਉੱਥੇ ਸੂਰਜ ਨਹੀਂ ਚੜਦਾ, ਉੱਥੇ ਸੂਰਜ ਦਾ ਪ੍ਰਕਾਸ਼ ਨਹੀਂ ਹੈ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਗੋਰਖਨਾਥ
मैं ते उस देश दा वासी हां जिथे सूरज ते की चढ़ना है, उत्थे ते चंद्रमा भी नहीं है। मेरे देश दे विच सूरज भी नहीं है, चंद्रमा भी नहीं है, इस करके हनेरे दा मैनू की डर। हटे अब बैन नहीं जामो जी माहे जह, हृदय जो हमारे पए पयो सब हान को। सतगुरु नानक देव सच्चे पातशाह जी कहते ने हुण तेरे हटाया तो असी नहीं हटना, नहीं मुड़ना, जावो जी माहे जहां। गुरु जी कहते ने मैं उत्थों तक जावांगा जिथों तक मेरा जी करेगा। और तेरे मन दे विच ये आ रहा है कि मैं इस तरह दीयां गल्लां नूं सुन के डर जावांगा, पर सतगुरु सच्चे पातशाह जी कहते ने हमारे पै पयो सब हान को। साडे सारे जिहड़े डर ने ना वो लथ चुके ने, सानू किसी चीज दा कोई डर नहीं है, कोई भै नहीं। दुख सुख जान समय आए हां थान चल, गुरु एक अंकार जाते नहीं है समान को। सतगुरु नानक देव सच्चे पातशाह जी कहते ने हे गोरखनाथ, सानू दुख ते सुख इक्को वर्गे ने। इसे करके सच्चे पातशाह जी कहते ने असी इत्थे पहुंचे हां। सतगुरु नानक देव सच्चे पातशाह जी कहते ने जेड़ा तू मैनू ये बचन कीता है कि मैं तेरा चेला बन जावां, तेनू गुरु धारण कर लवां, ते सतगुरु नानक देव सच्चे पातशाह जी कहते ने असी पहला ही गुरु दे धारनी हां, असी पहला ही अपना गुरु धारण कीता होया। कहते ने एक अंकार जिहड़ा परमेश्वर है ना वो साडा गुरु है, और उस परमेश्वर वर्गा होर कोई दुनिया दे उत्ते गुरु दूसरा हो ही नहीं सकता। इस करके तैनू गुरु धारण करन दी मैनू कोई लोड़ नहीं। भूलियो हृदय गोरख तू सुध तेरी गई सब, औद को बधाए औद पयो मनो मान को। सतगुरु नानक देव सच्चे पातशाह जी कहते ने हे गोरखनाथ, तू भुल गया है, तेरी जिहड़ी बुद्धि है वो मारी गई है। सच्चे पातशाह जी कहते ने जिवें जिवें हे गोरखनाथ तेरी उम्र वड्डी हुंदी गई है, तिवें तिवें तेरे मन दा जिहड़ा हंकार है ना वो भी बहुत ज्यादा वधदा गया है। तू बड़ी वड्डी उम्र दा है, जिन्नी तेरी वड्डी उम्र है ना उन्ना ही वड्डा तेरे मन दे विच हंकार भी। माल मूत देह तेरी मान ले बात मेरी, कार जो ताम बोल बोलत निलाज है। जदों सतगुरु नानक देव सच्चे पातशाह जी ने गोरखनाथ नूं इस तरह दीयां गल्लां आखियां ते उस वेले बहुत गुस्से दे विच भर गया गोरखनाथ। कहंदा है माल मूत देह तेरी मान ले बात मेरी। कहंदा तू मैनू गल्लां कर रहा, तेरी मल मूत्र दी देह है, मेरी गल नूं मन लै। कहंदा तू इस तरह बोलदा है जिवें कायर घर दे विच ही बोलदा होवे, तेनू शर्म नहीं आउंदी, तू मैनू सिक्ख्या दे रहा। देखो जाए आगे कैसे तहां दुख लागे तोहे, ऐसे हूं जानो पै देख कर पाज है। गोरखनाथ कहंदा है कि देखो जाए आगे कैसे, मैं देखदा हां कि तू किस तरह अगे जावेगा। जदों तेनू दुख लगेगा तेनू उदों ही मेरी गल दी समझ आवेगी, जिन्ना चिर तू उस दुखां दे विचों नहीं लंघदा तेनू मेरी गल समझ नहीं आउणी। पै देख कर पाज है, मैं जानदा हां कि तू डर के रस्ते दे विचों ही भज जावेगा। कौन पेख तेरा ऐसे आगो नहीं हेरा कब, हाठ त्याग दीजे मन होए सुभ काज है। गोरखनाथ सतगुरां नूं कहंदा है कि तेरा केड़ा पेख है मैनू दस दे, क्योंकि तेरे वर्गा हठी ते जिद्दी आदमी मैं पहला कदे नहीं देखिया। इस करके मेरी गल नूं मन के अपने हठ नूं जिद नूं तू छड्ड दे, ये तेरे वास्ते चंगा कम होवे। राम जाद पत याद कीनो जग गुरु आए, तुम क्यों ना करो प्रताप वड्डो छाज है। गोरखनाथ कहंदा है कि तू अवतारां तो भी वड्डा है। जेड़े अवतार पुरुष होए ने, रामचंद्र जी अवतार होए ने, उन्हां ने भी संसार दे विच आण के गुरु नूं धारण कीता है। इस तो इलावा जेड़े कृष्ण भगवान होए ने उन्हां ने भी संसार दे उत्ते अवतार नूं धारण कीता ते गुरु धारण कीते। कि तू अवतारां तो भी वड्डा है, तू गुरु नहीं धारण कर सकदा। कहंदा तुम क्यों ना धारत गुरु, तू क्यों नहीं गुरु नूं धारण करदा, प्रताप वड्डो छाज है। गोरखनाथ कहंदा है कि जेकर हे नानक तू मैनू गुरु धारण कर लवे ना ते तेरा बहुत वड्डा प्रताप दुनिया दे उत्ते
छा जाएगा। नाम के प्रताप सो पवित्र दे भई मेरी, कायर है सो तुझ जैसे बिल लाए हैं। सतगुरु नानक देव सच्चे पातशाह जी कहते ने साडी जिहड़ी देह है ना ਉਹ नाम दे प्रताप दे नाल पवित्र हो चुकी है, पाक हो चुकी है। कहते ने तू ते कायर है, डरपोक है। तेरे वर्गे जिहड़े डरपोक ने ना ਉਹ बिललाउंदे रहिंदे ने, विलाप करते रहते ने। मैं ते पहला ही पवित्र है, नाम दे प्रताप दे नाल मेरी देह पवित्र हो चुकी है। देखने की इच्छा और देखें आगे जाए दूर। सतगुरु नानक देव सच्चे पातशाह जी कहते ने देखण दी इच्छा है, वेखण दी मन दे विच चाह है, और असीं दूर तक अगे जाके देखांगे। बोल के डरावे नाही ते हट जाए हैं। तेरे आखियां हुईयां गल्लां दे नाल डर के असीं पिछे मुड़न वाले नहीं हां। कहंदे ने उत्थों तक जावांगे जिथों तक साडे देखण दी तीबर इच्छा है। देख अंकारी नित आद अंत होत सत, ताहां की पहुंच नह कैसे सम जाए हैं। अखीर दे विच सतगुरु नानक देव सच्चे पातशाह जी कहंदे ने तू भेख दी गल कीती है। कहंदे ने एक अंकार वाला साडा भेख है, और कहंदे ने कि आद अंत होत सत, जिहड़ा आद अंत सत ही सत है, ओदा साडे शरीर दे उत्ते भेस है। कहंदे ने पहुंच नहीं कैसे समझाइए। पर हे गोरखनाथ, जिहड़ियां मैं गल्लां कह रहा हां तू उत्थों तक पहुंच ही नहीं सकिया, तेरी उत्थों तक पहुंच ही नहीं है। इस करके कहंदे ने मैं तेनू की समझावां, क्योंकि तेरी पहुंच ही उत्थों तक नहीं है जिहड़ियां मैं गल्लां करदा। हाठ कैसे त्यागे, हाठ ही सो सूरा पूरा होए, गुरु पूरा कीनो नहीं याते तू आलाए हैं। सतगुरु नानक देव सच्चे पातशाह जी कहंदे ने हे गोरखनाथ, तू मैनू कह रहा है कि मैं हठ नू छड्ड दियां। कहंदे ने हठ नू किवें छड्ड दियां? कहंदे ने हठ नू रखण करके ते सूरमा मैदान दे विच रहिंदा है। जे मैदान दे विचों हठ नू छड्ड देवे सूरमा ते ओह कायर बन के दौड़ जांदा है, ओनू कोई सूरमा नहीं कहंदा। इस करके गुरु जी कहंदे ने मैं भी एक मैदान दे विच आया होया। पिछे तुसीं सुण ही चुके हो कि भाई संतोख सिंह ने आख्या कि वड्डे मैदान दे विच चले ने गुरु जी, एक अलौकिक किस्म दी जंग लड़न दे वास्ते। सतगुरु नानक देव सच्चे पातशाह जी कहंदे ने मैं किस तरह हठ नू छड्ड दियां। हठ नू धारण करन दे नाल ते सूरमा पूरा हुंदा है। गुरु पूरा कीनो नहीं याते तू अलाए हैं। गुरु जी कहंदे ने गोरखनाथ, तेनू पूरा गुरु नहीं मिलिया, तू पूरे गुरु नू धारण नहीं कीता, इसे करके तू मैनू इस तरह दे सवाल कर रहे हैं। जोग ते होत शरीर सदा थिर, नौ निध सिद्ध 18 पासू। गोरखनाथ कहंदा है कि जोग करन दे नाल शरीर सदा स्थिर हुंदा है, और जोग करन दे नाल कहंदा है कि 9 निधियां ते 18 सिद्धियां दी प्राप्ति हुंदी है। ये सारा कुछ जोग दे नाल हुंदा है। पूजी जग में प्रगटाए रजाए चले सब ऊपर तासू। जेड़ा भी जोग नू धारण करदा है, रिद्धियां सिद्धियां उहदे कोल आ जांदियां ने। फिर संसार दे उत्ते हुक्म चलाउंदा है, जो चाहुंदा है लोक ओही मनदे ने। चाह हृदय में होए काहे की सो कर लेत वधै बल रासू। गोरखनाथ कहंदा है रिद्धियां सिद्धियां मिल जांदियां ने जोग नू धारण करन दे नाल। फिर मनुख दे विच इन्नी ताकत आ जांदी है कि जो मनुख दा जी करदा है ओही कर सकदा है। पूरन हवै गुण खानन रूरन सो मन तूरन मान के सीख प्रयासू। गोरखनाथ कहंदा है कि रिद्धियां सिद्धियां दे विच परिपूर्ण हो जावेगा, फिर मानो कि सारा कुछ तेनू मिल जावेगा। इस करके प्रयास कर, यतन कर ते छेती मैनू गुरु मन के मेरी सिक्ख्या नू धारण कर। इस तरीके दे नाल रिद्धियां सिद्धियां मिलन दी बाबत गोरखनाथ ने सतगुरां नू आख्या, क्योंकि इतिहासां दे मुताबक, ग्रंथां दे मुताबक 9 निधियां मन्नियां गईयां ने और 18 सिद्धियां मन्नियां गईयां ने। जिहड़ियां निधियां ने और जिहड़ियां सिद्धियां ने, मैं इन्हां दे बारे थोड़ा जिहा विस्तार दे नाल दसांगा। 9 निधियां हुंदियां ने पदम, महापदम, शंख, मकर, कच्छप, मुकंद, कंद, नील ते वर्च। ये 9 निधियां दे नां ने। सुखमनी साहिब दे विच सतगुरु अर्जन देव सच्चे पातशाह जी ने लिखिया है,
ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਗੁਰਬਾਣੀ ਦੇ ਵਿੱਚ ਇਹ ਪਾਠ ਹੁੰਦਾ ਹੈ ਸੁਖਮਨੀ ਸਾਹਿਬ ਦੇ ਵਿੱਚ। ਮਾਰਕੰਡੇ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਪਦਮਨੀ ਨਾਮ ਦੀ ਵਿਦਿਆ ਦੀ ਇੱਕ ਦੇਵੀ ਹੈ, ਤੇ ਉਹ ਜਿਹੜੀ ਵਿਦਿਆ ਦੀ ਦੇਵੀ ਹੈ ਨਾ, ਉਸ ਦੇ ਅਧੀਨ ਇਹ ਸਾਰੀਆਂ ਜਿਹੜੀਆਂ ਨਿਧੀਆਂ ਨੇ ਨਾ, 9 ਨਿਧੀਆਂ, ਇਹ ਉਸ ਦੇਵੀ ਦੇ ਅਧਿਕਾਰ ਦੇ ਵਿੱਚ ਰਹਿੰਦੀਆਂ ਹਨ। ਇਹਨਾਂ ਦੇ ਵੱਖ-ਵੱਖ ਗੁਣ ਵੀ ਦੱਸੇ ਗਏ ਹਨ। ਜਿਸ ਤਰ੍ਹਾਂ ਕਿ ਪਦਮ ਜਿਹੜੀ ਨਿਧੀ ਹੈ ਉਹ ਸਤੋ ਗੁਣੀ ਦੀ ਹੈ, ਉਹ ਸਾਤਵਿਕ ਹੈ। ਇਸ ਤੋਂ ਪੁੱਤਰ ਪੋਤਰੇ ਵੱਧਦੇ ਹਨ ਅਤੇ ਸੋਨਾ ਚਾਂਦੀ ਸਾਰੀਆਂ ਜਿਹੜੀਆਂ ਧਾਤਾਂ ਨੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ, ਜਿਹੜੀ ਪਦਮ ਨਾਂ ਦੀ ਨਿਧੀ ਹੈ। ਇਸ ਤੋਂ ਇਲਾਵਾ ਜਿਹੜੀ ਮੁਕੰਦ ਨਿਧੀ ਹੈ ਉਹ ਰਜੋਗੁਣ ਪ੍ਰਧਾਨ ਹੈ, ਔਰ ਇਹ ਜਿਹੜੀ ਮੁਕੰਦ ਨਿਧੀ ਹੈ ਇਸ ਤੋਂ ਸੰਗੀਤ ਵਿਦਿਆ ਪ੍ਰਾਪਤ ਹੁੰਦੀ ਹੈ। ਕਵੀ ਤੇ ਗਵਈਏ ਹਰ ਵੇਲੇ ਹਾਜ਼ਰ ਰਹਿੰਦੇ ਹਨ ਜਿਹਦੇ ਕੋਲੇ ਨਿਧੀ ਹੋਵੇ। ਇਸ ਤੋਂ ਅੱਗੇ ਜਿਹੜੀ ਮਕਰ ਨਿਧੀ ਹੈ ਉਹ ਤਮੋ ਗੁਣੀ ਪ੍ਰਧਾਨ ਹੈ, ਉਹਦੇ ਵਿੱਚ ਤਮੋ ਗੁਣੀ ਹੈ। ਜਿਹਦੇ ਕੋਲ ਮਕਰ ਨਿਧੀ ਹੋਵੇ ਉਹ ਸ਼ਸਤਰ ਵਿਦਿਆ ਦੇ ਵਿੱਚ ਬੜਾ ਮਾਹਰ ਹੁੰਦਾ ਹੈ, ਤੇ ਐਸਾ ਜਿਹੜਾ ਸ਼ਸਤਰ ਵਿਦਿਆ ਦੇ ਵਿੱਚ ਮਾਹਰ ਮਨੁੱਖ ਹੈ ਹਰ ਇੱਕ ਦੇ ਉੱਤੇ ਰਾਜ ਕਰਦਾ ਹੈ। ਜਿਹਦੇ ਕੋਲ ਇਹ ਨਿਧੀ ਹੁੰਦੀ ਹੈ ਉਹ ਸਾਰਿਆਂ ਦੇ ਉੱਤੇ ਹਕੂਮਤ ਕਰਦਾ ਹੈ। ਇਸ ਤਰ੍ਹਾਂ ਮੰਨਿਆ ਗਿਆ ਹੈ ਇਹਨਾਂ ਨਿਧੀਆਂ ਦੀ ਬਾਰੇ। ਇਸ ਤਰ੍ਹਾਂ ਵੱਖ-ਵੱਖ ਹੋਰ ਵੀ ਜਿਹੜੀਆਂ ਨਿਧੀਆਂ ਨੇ ਉਹਨਾਂ ਦੇ ਵੱਖਰੇ ਵੱਖਰੇ ਗੁਣ ਤੇ ਵੱਖਰੇ ਵੱਖਰੇ ਪ੍ਰਕਾਰ ਨੇ। ਇਹ ਤੇ ਹੋ ਗਈਆਂ ਨਿਧੀਆਂ। ਇਸ ਤੋਂ ਇਲਾਵਾ 18 ਸਿੱਧੀਆਂ ਮੰਨੀਆਂ ਗਈਆਂ ਨੇ। ਇਹਨਾਂ ਦੇ ਵਿੱਚੋਂ ਜਿਹੜੀਆਂ ਪਹਿਲੀਆਂ 8 ਨੇ ਉਹਨਾਂ ਨੂੰ ਸ਼੍ਰੋਮਣੀ ਮੰਨਿਆ ਗਿਆ। ਇੱਕ ਹੈ ਅਣਿਮਾ, ਬਹੁਤ ਛੋਟਾ ਹੋ ਜਾਣਾ ਉਹਨੂੰ ਕਹਿੰਦੇ ਨੇ ਅਣਮਾ। ਬਹੁਤ ਵੱਡਾ ਹੋ ਜਾਣਾ ਉਹਨੂੰ ਕਹਿੰਦੇ ਨੇ ਮਹਿਮਾ। ਗਰਮਾ, ਬਹੁਤ ਜ਼ਿਆਦਾ ਭਾਰਾ ਹੋ ਜਾਣਾ। ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ। ਜਦੋਂ ਹਨੂਮਾਨ ਜੀ ਗਏ ਨੇ ਲੰਕਾ ਦੇ ਵਿੱਚ ਪਹਿਲੀ ਵਾਰੀ ਸੀਤਾ ਮਾਤਾ ਦੀ ਖਬਰ ਲੈਣ ਦੇ ਵਾਸਤੇ, ਤੇ ਉਸ ਵੇਲੇ ਉਹਨਾਂ ਨੇ ਮਹਿਮਾ ਨਾਂ ਦੀ ਸਿੱਧੀ ਨੂੰ ਵਰਤਿਆ। ਬਹੁਤ ਛੋਟੇ ਹੋ ਗਏ ਸਨ। ਜਿਹੜੇ ਰੁੱਖ ਦੇ ਥੱਲੇ ਮਾਤਾ ਸੀਤਾ ਜੀ ਬੈਠੇ ਸਨ ਉਹਦੇ ਉੱਤੇ ਜਾ ਕੇ ਬਹਿ ਗਏ ਸਨ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਕਥਾ ਆਉਂਦੀ ਹੈ ਕਿ ਪਤਾ ਲੱਗਾ ਸ੍ਰੀ ਰਾਮਚੰਦਰ ਜੀ ਨੂੰ ਕਿ ਮੇਘਨਾਥ ਇੱਕ ਐਸੇ ਮੰਤਰ ਦਾ ਪਾਠ ਕਰ ਰਿਹਾ ਹੈ, ਜੇ ਉਹ ਮੰਤਰ ਪਾਠ ਉਹਦਾ ਪੂਰਾ ਹੋ ਗਿਆ ਤੇ ਫਿਰ ਉਹ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸ ਵੇਲੇ ਹਨੂਮਾਨ ਦੀ ਡਿਊਟੀ ਲੱਗੀ ਕਿ ਤੂੰ ਜਾ ਕੇ ਉਸ ਦੇ ਮੰਤਰ ਨੂੰ ਭੰਗ ਕਰਨਾ ਹੈ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਮੱਖੀ ਦਾ ਰੂਪ ਧਾਰਨ ਕਰਕੇ ਛੋਟੇ ਤੋਂ ਛੋਟਾ ਉਹ ਜਾ ਕੇ ਉਸ ਗ੍ਰੰਥ ਦੇ ਉੱਤੇ ਬਹਿ ਗਿਆ, ਜਿਹਦੇ ਨਾਲ ਅੱਖਰ ਜਿਹੜਾ ਸੀ ਨਾ ਉਹ ਬਦਲਿਆ ਗਿਆ ਤੇ ਉਹਦਾ ਮੰਤਰ ਜਿਹੜਾ ਸੀ ਨਾ ਅਸ਼ੁੱਧ ਹੋ ਗਿਆ। ਇਹ ਉਸ ਵੇਲੇ ਮੰਨੋ ਕਿ ਮਹਿਮਾ ਨਾਂ ਦੀ ਸਿੱਧੀ ਨੂੰ ਵਰਤਿਆ ਹਨੂਮਾਨ ਜੀ ਨੇ। ਗਰਮਾ, ਬਹੁਤ ਜ਼ਿਆਦਾ ਭਾਰਾ ਹੋ ਜਾਣਾ। ਇਸ ਤੋਂ ਇਲਾਵਾ ਲਗਮਾ ਕਹਿੰਦੇ ਨੇ ਜਿਹੜਾ ਬਹੁਤ ਹੀ ਜ਼ਿਆਦਾ ਹੌਲਾ ਹੋ ਜਾਣਾ। ਮਨ ਭਾਉਂਦੀ ਵਸਤੂ ਨੂੰ ਹਾਸਲ ਕਰ ਲੈਣਾ, ਉਹ ਸਿੱਧੀ ਨੂੰ ਕਹਿੰਦੇ ਨੇ ਪ੍ਰਾਪਿਤ। ਇਸ ਤੋਂ ਇਲਾਵਾ ਸਭ ਮਨ ਦੀ ਜਾਣ ਲੈਣਾ, ਦੂਸਰੇ ਦੇ ਮਨ ਨੂੰ ਜਾਣ ਲੈਣਾ, ਇਸ ਨੂੰ ਕਹਿੰਦੇ ਨੇ ਪ੍ਰਾਕਾਇਆ, ਸਭ ਦੇ ਮਨ ਨੂੰ ਜਾਣ ਲੈਣਾ। ਈਸ਼ਤਾ, ਆਪਣੀ ਇੱਛਾ ਦੇ ਅਨੁਸਾਰ ਸਭ ਨੂੰ ਪ੍ਰੇਰਨਾ। ਵਸ਼ਤਾ, ਸਭ ਨੂੰ ਕਾਬੂ ਕਰ ਲੈਣਾ, ਆਪਣੇ ਵਸ ਦੇ ਵਿੱਚ ਕਰ ਲੈਣਾ। ਇਹ ਜਿਹੜੀਆਂ 8 ਸਿੱਧੀਆਂ ਨੇ ਬਸੰਤ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਲਿਖਿਆ ਹੈ, ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਇਹ ਰਿੱਧੀਆਂ ਸਿੱਧੀਆਂ ਦੇ ਬਾਰੇ ਗੁਰਬਾਣੀ ਦੇ ਪ੍ਰਮਾਣ ਨੇ। ਅਨੂਰਮ, ਇਹ ਵੀ ਇੱਕ ਤਰ੍ਹਾਂ ਦੀ ਸਿੱਧੀ ਹੈ। ਭੁੱਖ ਤੇ ਨਹੀਂ ਲੱਗਦੀ ਜਿਹਦੇ ਕੋਲ ਅਨੂਰਮ ਸਿੱਧੀ ਹੋਵੇ। ਇਸ ਤੋਂ ਇਲਾਵਾ ਦੂਰ ਸ਼ਰਵਣ, ਦੂਰ ਦੀਆਂ ਗੱਲਾਂ ਨੂੰ ਸੁਣ ਲੈਣਾ, ਉਹਨੂੰ ਕਹਿੰਦੇ ਨੇ ਦੂਰ ਸ਼ਰਵਣ। ਅੱਗੇ ਆ ਗਿਆ ਦੂਰ ਦਰਸ਼ਨ, ਦੂਰ ਦੇ ਨਜ਼ਾਰੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਲੈਣੇ। ਅੱਜ ਕੱਲ ਆਮ ਗੱਲ ਹੈ ਕਿ ਸਾਰੇ ਲੋਕ ਟੀਵੀ ਦੇਖਦੇ ਨੇ। ਟੀਵੀ ਨੂੰ ਦੂਰਦਰਸ਼ਨ ਇਸੇ ਵਾਸਤੇ ਆਖਿਆ ਜਾਂਦਾ ਹੈ ਕਿਉਂਕਿ ਦੂਰ ਦੇ ਨਜ਼ਾਰਿਆਂ ਨੂੰ, ਦੂਰ ਦੀਆਂ ਤਸਵੀਰਾਂ ਨੂੰ ਲਾਗੇ ਕਰਕੇ ਦਿਖਾ ਦਿੰਦਾ ਹੈ। ਇਸੇ ਕਰਕੇ ਦੂਰਦਰਸ਼ਨ ਆਖਿਆ ਗਿਆ। ਇੱਕ ਸਿੱਧੀ ਦਾ ਨਾਮ ਵੀ ਇਸੇ ਤਰ੍ਹਾਂ ਦਾ ਹੈ, ਦੂਰਦਰਸ਼ਨ। ਉਹ ਸਿੱਧੀ ਹੋਵੇ ਤੇ ਮਨੁੱਖ ਦੂਰਾਂ ਦੇ ਜਿਹੜੇ ਨਜ਼ਾਰੇ ਨੇ ਨਾ ਆਪਣੇ ਕੋਲ ਕਰਕੇ ਵੇਖ ਲੈਂਦਾ। ਇਸ ਤੋਂ ਇਲਾਵਾ ਮਨੋਵੇਗ, ਮਨ ਦੀ ਚਾਲ ਦੇ ਨਾਲ ਦੂਰ ਜਾਣਾ। ਮਨ ਦੀ ਚਾਲ ਦੁਨੀਆ ਦੀ ਸਭ ਤੋਂ ਤੇਜ਼ ਚਾਲ ਹੈ। ਜੋ ਆਪਣੀਆਂ ਅੱਖਾਂ ਦੇ ਨਾਲ ਅਸੀਂ ਚੀਜ਼ਾਂ ਦੇਖੀਆਂ ਨੇ, ਭਾਵੇਂ ਉਹ ਦੇਸ਼ਾਂ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਕਿਤੇ ਵੀ ਹੋਵੇ, 1 ਮਿੰਟ ਦੇ ਵਿੱਚ ਸਾਡਾ ਮਨ ਉੱਥੇ ਪਹੁੰਚ ਜਾਂਦਾ। ਇਹ ਬਹੁਤ ਤੇਜ਼ ਚਾਲ ਹੈ।
ਮਨ ਦੀ ਚਾਲ ਦੇ ਨਾਲ ਚੱਲਣ ਨੂੰ ਕਹਿੰਦੇ ਨੇ ਮਨੋਵੇਗ। ਇਹ ਮਨੋਵੇਗ ਇੱਕ ਪ੍ਰਕਾਰ ਦੀ ਸਿੱਧੀ ਵੀ ਹੈ। ਕਾਮ ਰੂਪ, ਮਨ ਚਾਹੇ ਉਹੀ ਰੂਪ ਧਾਰਨ ਕਰਨਾ, ਜਿਹੜਾ ਮੇਰਾ ਜੀ ਕੀਤਾ ਉਹੀ ਰੂਪ ਧਾਰਨ ਕਰ ਲਿਆ, ਸ਼ੇਰ ਬਣ ਗਿਆ, ਸੱਪ ਬਣ ਗਿਆ, ਹਾਥੀ ਬਣ ਗਿਆ, ਇਹ ਸਿੱਧੀ ਹੈ ਕਾਮ ਰੂਪ। ਪਰ ਕਾਇਆ ਪ੍ਰਵੇਸ਼, ਕਿਸੇ ਦੂਸਰੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਦੂਸਰੇ ਦੇ ਸਰੀਰ ਦੇ ਅੰਦਰ ਵੜ ਜਾਣਾ, ਇਹ ਸਿੱਧੀ ਨੂੰ ਕਹਿੰਦੇ ਨੇ ਪਰ ਕਾਇਆ ਪ੍ਰਵੇਸ਼। ਇਸ ਤੋਂ ਇਲਾਵਾ ਸਵਛੇਦ ਮ੍ਰਿਤਿਉ, ਜਿਹਨੂੰ ਕਹਿੰਦੇ ਨੇ ਇੱਛਾ ਮ੍ਰਿਤਿਉ, ਭਾਵ ਕਿ ਇਹ ਸਿੱਧੀ ਜਿਹਦੇ ਕੋਲ ਹੋਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸਕਦੀ। ਸਵੈਮ ਮ੍ਰਿਤੀ, ਜੇ ਉਹ ਚਾਹੇਗਾ ਤੇ ਮਰੇਗਾ। ਇਸੇ ਤਰ੍ਹਾਂ ਦੀ ਘਟਨਾ ਮਹਾਭਾਰਤ ਦੇ ਵਿੱਚ ਵੀ ਆਉਂਦੀ ਹੈ। ਜਿਹੜਾ ਭੀਸ਼ਮ ਪਿਤਾਮਾ ਹੋਇਆ ਹੈ ਮਹਾਭਾਰਤ ਦੇ ਵਿੱਚ, ਉਸ ਨੂੰ ਇਹ ਵਰਦਾਨ ਸੀ ਭਗਵਾਨ ਦੇ ਵੱਲੋਂ ਸਵੈ ਮ੍ਰਿਤੀ ਦਾ। ਜੇ ਉਹ ਚਾਹੁੰਦਾ ਤੇ ਮਰ ਸਕਦਾ ਸੀ, ਦੁਨੀਆ ਦੀ ਉਸ ਨੂੰ ਕੋਈ ਤਾਕਤ ਨਹੀਂ ਸੀ ਮਾਰ ਸਕਦੀ। ਔਰ ਇਸੇ ਤਰ੍ਹਾਂ ਹੋਇਆ ਵੀ, ਭਾਵੇਂ ਕਿ ਤੀਰਾਂ ਦੀ ਸੇਜਾਂ ਦੇ ਉੱਤੇ ਅਰਜਨ ਨੇ ਸਵਾ ਦਿੱਤਾ ਭੀਸ਼ਮ ਪਿਤਾਮੇ ਨੂੰ, ਪਰ ਜਦੋਂ ਉਹਦਾ ਜੀ ਕੀਤਾ ਸੀ ਮਰਿਆ ਉਹ ਤਾਂ ਸੀ। ਉਹਨੂੰ ਕਹਿੰਦੇ ਨੇ ਸਵੈਮ ਮ੍ਰਿਤਿਉ, ਇੱਛਾ ਦੇ ਅਨੁਸਾਰ ਮਰਨਾ। ਇਸ ਤੋਂ ਇਲਾਵਾ ਸੁਰ ਕੀੜਾ, ਇਹ 16ਵੇਂ ਨੰਬਰ ਤੇ ਆਉਂਦੀ ਹੈ। ਸੁਰਗ ਦੇ ਦੇਵਤਿਆਂ ਦੇ ਨਾਲ ਮਿਲ ਕੇ ਮੌਜਾਂ ਕਰਨੀਆਂ। ਸੰਕਲਪ ਸਿੱਧੀ, ਜੋ ਚਿਤਵਨਾ ਸੋ ਪੂਰਾ ਹੋ ਜਾਣਾ। ਇਸ ਤੋਂ ਇਲਾਵਾ ਅਪਰਤਿਹਤ ਗਤ, ਕਿਸੇ ਥਾਂ ਜਾਣ ਦੇ ਵਿੱਚ ਕੋਈ ਵੀ ਰੁਕਾਵਟ ਖੜੀ ਨਾ ਹੋਵੇ। ਇਹ 18 ਪ੍ਰਕਾਰ ਦੀਆਂ ਸਿੱਧੀਆਂ ਨੇ। ਵਾਰ ਸੋਰਠ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ। ਇਹ ਗੁਰਬਾਣੀ ਦਾ ਮਹਾਵਾਕ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਕੱਲ ਨੂੰ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। हे अच्युत हे पार ब्रह्म अविनाशी अगनास, हे पूर्ण हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे है पी होवनहार, हे संता कै सदा संग निधारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, याही कुल ते प्रगट हो ताही कुल को नाम, पुन द्वादश गुरिंड को मेरी है प्रणाम।